Yes, please. Good morning, everyone. Good morning, sir. Good morning, Ji. Good morning, sir. Morning, sir. Good morning. Good morning. Good morning. Today we will discuss NAFSILA Departmental Examination, paper number 5, Indian Penal Code, IPC, IPC 1860. अपने अपनी बुक्स निकाल लो जी. Indian Penal Code 1860 from section 195. ਅਸੀਂ ਅੱਜ ਤੱਕ ਪੜ੍ਹ ਚੁੱਕੇ ਸੀ ਸੈਕਸ਼ਨ 194 ਤੱਕ ਪੜ੍ਹ ਚੁੱਕੇ ਸੀਗੇ. Then section 194, 195 onwards. Section 195, giving or fabricating false evidence with intent to procure conviction of offence punishable with imprisonment for life or imprisonment. देखो एविडेंस देनी है किसी ने, गलत एविडेंस दिंदा है ਜਾਂ ਫੈਬਰੀਕੇਟ ਕਰਦਾ ਹੈ, ਐਵੀਡੈਂਸ ਤਿਆਰ ਕਰਦਾ ਹੈ. ਪਹਿਲਾਂ ਤੋਂ ਪਤਾ ਹੈ ਉਸਨੂੰ ਵੀ ਮੈਂ ਕੋਈ ਐਵੀਡੈਂਸ ਦੇਣੀ ਹੈ, ਕੋਰਟ ਦੇ ਵਿੱਚ ਐਵੀਡੈਂਸ ਦੇਣ ਲਈ ਜਾਣਾ ਹੈਗਾ. ਐਵੀਡੈਂਸ ਕਿਹੜੇ ਕੇਸ ਦਿੱਤੀ ਜਾ ਰਹੀ ਹੈ? ਜਿੱਥੇ ਪੁਨਿਸ਼ਮੈਂਟ ਹੋਣੀ ਹੋਵੇ ਅਫੈਂਡਰ ਨੂੰ, ਮੇਬੀ ਫॉर ਲਾਈਫ ਜਾਂ ਫਿਰ ਕੋਈ ਹੋਰ ਸਜ਼ਾ ਹੋ ਸਕਦੀ ਹੋਵੇ. ਐਸਾ ਕੋਈ ਅਫੈਂਸ ਕਮਿਟ ਕੀਤਾ ਹੈਗਾ ਕਿਸੇ ਵਿਅਕਤੀ ਨੇ ਜਿਹਦੇ ਵਿੱਚ ਕਿਸੇ ਥਰਡ ਪਰਸਨ ਨੇ ਜਾਂ ਕਿਸੇ ਪਬਲਿਕ ਸਰਵੈਂਟ ਨੇ ਜਾਂ ਕਿਸੇ ਥਰਡ ਪਰਸਨ ਨੇ ਕੋਈ ਐਵੀਡੈਂਸ ਦੇਣੀ ਹੈ. ਠੀਕ ਹੈ, ਐਵੀਡੈਂਸ ਗਲਤ ਐਵੀਡੈਂਸ ਦਿੱਤੀ ਜਾ ਰਹੀ ਹੈ ਜਾਂ ਫੈਬਰੀਕੇਟ ਕੀਤੀ ਜਾ ਰਹੀ ਹੈ ਗਲਤ ਐਵੀਡੈਂਸ, ਤਾਂ ਐਨੀ ਪਰਸਨ ਟੂ ਬੀ ਕਨਵਿਕਟਡ ਆਫ ਐਨ ਅਫੈਂਸ ਵਿਚ ਬਾਈ ਲਾਅ ਔਰ ਫॉर द टाइम बीइंग ਇਨ ਫੋਰਸ ਆਫ ਇੰਡੀਆ ਇਜ਼ ਨਾਟ ਕੈਪੀਟਲ. ਪਰ ਜਿਹੜੀ ਇਹ ਅਫੈਂਸ ਹੈ, ਇਹਦੇ ਵਿੱਚ ਜਿਹੜਾ ਵੀ ਅਫੈਂਸ ਕਿਸੇ ਅਫੈਂਡਰ ਨੇ ਕਮਿਟ ਕੀਤਾ ਹੈ ਉਹਦੇ ਵਿੱਚ ਕੈਪੀਟਲ ਸਜ਼ਾ ਨਹੀਂ ਹੋ ਸਕਦੀ, ਮਤਲਬ ਕਿ ਮੌਤ ਦੀ ਸਜ਼ਾ ਵਾਲਾ ਅਫੈਂਸ ਨਹੀਂ ਹੈਗਾ. ਠੀਕ ਹੈ, ਬਟ ਪਨਿਸ਼ੇਬਲ ਵਿਦ ਇੰਪ੍ਰਿਜ਼ਨਮੈਂਟ ਫॉर ਲਾਈਫ, ਜਾਂ ਉਹਨੂੰ ਉਮਰ ਕੈਦ ਹੋ ਸਕਦੀ ਹੈ ਜਾਂ ਫਿਰ ਉਹਨੂੰ 7 ਸਾਲ ਤੋਂ ਇੰਪ੍ਰਿਜ਼ਨਮੈਂਟ ਫॉर ਅ ਟਰਮ ਆਫ 7 ਇਅਰਸ ਔਰ ਅਪਵਰਡਸ, ਜਾਂ ਐਸਾ ਅਫੈਂਸ ਹੈ ਜਿਹਦੇ ਵਿੱਚ ਉਮਰ ਕੈਦ ਵੀ ਹੋ ਸਕਦੀ ਹੈ 7 ਸਾਲ ਤੋਂ ਜਾਂ 7 ਸਾਲ ਤੋਂ ਵੱਧ ਸਜ਼ਾ ਵੀ ਹੋ ਸਕਦੀ ਹੈ. ਇੱਦਾਂ ਦੇ ਅਫੈਂਸ ਦੇ ਵਿੱਚ ਕੋਈ ਵਿਅਕਤੀ ਐਵੀਡੈਂਸ ਦੇਣ ਲਈ ਜਾਂਦਾ ਹੈ, ਗਲਤ ਐਵੀਡੈਂਸ ਦਿੰਦਾ ਹੈ ਜਾਂ ਐਵੀਡੈਂਸ ਜਿਹੜੀ ਗਲਤ ਹੈ ਪ੍ਰੋਕਿਊਰ ਕਰ ਲੈਂਦਾ ਹੈ, ਫੈਬਰੀਕੇਟ ਕਰ ਲੈਂਦਾ ਹੈ, ਜਾਣਬੁੱਝ ਕੇ ਤਿਆਰ ਕਰ ਲੈਂਦਾ ਹੈ, ਤਾਂ ਐਸਾ ਵਿਅਕਤੀ ਜਿਹੜਾ ਗਲਤ ਐਵੀਡੈਂਸ ਦੇਣ ਜਾਂਦਾ ਹੈ, ਗਲਤ ਐਵੀਡੈਂਸ ਦਿੰਦਾ ਹੈ ਜਾਂ ਐਵੀਡੈਂਸ ਗਲਤ ਤਿਆਰ ਕਰਦਾ ਹੈ, ਹੀ ਸ਼ੈਲ ਬੀ ਪੁਨਿਸ਼ਡ ਵਿਦ ਇੰਪ੍ਰਿਜ਼ਨਮੈਂਟ, ਤਾਂ ਉਸ ਨੂੰ ਜਿਹੜੀ ਹੈਗੀ ਹੈ ਸਜ਼ਾ ਹੋ ਸਕਦੀ ਹੈ. ਸ਼ੈਲ ਬੀ ਪੁਨਿਸ਼ਡ ਐਜ਼ ਅ ਪਰਸਨ ਕਨਵਿਕਟਡ ਆਫ ਦੈਟ ਅਫੈਂਸ would be liable to be punished. ਤਾਂ ਐਸੇ ਵਿਅਕਤੀ ਨੂੰ ਜਿਹੜੀ ਹੈਗੀ ਹੈ ਉਹ ਵੀ ਪਨਿਸ਼ਮੈਂਟ ਹੋ ਸਕਦੀ ਹੈ. ਇੱਕ ਐਗਜ਼ਾਮਪਲ ਦੇਖ ਲਓ, A gives false evidence before a court of justice intending thereby to cause Z to be convicted of a डकैती. Z ਨੇ ਕੋਈ ਡਕੈਤੀ ਕਮਿਟ ਕੀਤੀ ਹੈ, ਠੀਕ ਹੈ, ਉਸ ਕੇਸ ਦੇ ਵਿੱਚ ਜਿਹੜਾ A ਹੈਗਾ ਉਹ ਫਾਲਸ ਐਵੀਡੈਂਸ ਦਿੰਦਾ ਹੈ. ਦ ਪਨਿਸ਼ਮੈਂਟ ਆਫ ਡਕੈਤੀ ਇਜ਼ ਇੰਪ੍ਰਿਜ਼ਨਮੈਂਟ ਫॉर ਲਾਈਫ. ਜਿਹੜੀ ਡਕੈਤੀ ਦੀ ਜਿਹੜੀ ਸਜ਼ਾ ਹੁੰਦੀ ਹੈ ਉਹ ਉਮਰ ਕੈਦ ਹੋ ਸਕਦੀ ਹੁੰਦੀ ਹੈ ਜਾਂ ਰਿਗਰਸ ਇੰਪ੍ਰਿਜ਼ਨਮੈਂਟ ਫॉर ਅ ਟਰਮ ਵਿੱਚ may extend to 10 years. ਡਕੈਤੀ ਦੇ ਕੇਸ ਦੇ ਵਿੱਚ 10 ਸਾਲ ਤੱਕ ਦੀ ਜਿਹੜੀ ਸਜ਼ਾ ਹੈ, ਸਖਤ ਸਜ਼ਾ ਵੀ ਹੋ ਸਕਦੀ ਹੈ. with or without fine, A thereby is liable to imprisonment for life or imprisonment with or without fine. ਜਿਹੜਾ A ਹੈਗਾ, ਜਿਹੜਾ ਫਾਲਸ ਐਵੀਡੈਂਸ ਦਿੰਦਾ ਹੈਗਾ, ਉੱਥੇ ਇਸ ਕੇਸ ਦੇ ਵਿੱਚ ਉਸ ਨੂੰ ਉਮਰ ਕੈਦ ਹੋ ਸਕਦੀ ਹੈ. ਜਾਂ ਫਿਰ ਇੰਪ੍ਰਿਜ਼ਨਮੈਂਟ ਹੋ ਸਕਦੀ ਹੈ ਜਿੰਨੀ ਇਸ ਕੇਸ ਕਿਸੇ ਨੂੰ ਹੁੰਦੀ ਹੈ. ਜਿਹੜਾ ਅਫੈਂਸ ਕਮਿਟ ਕੀਤਾ ਹੈ ਡਕੈਤੀ ਦੇ ਕੇਸ ਦੇ ਵਿੱਚ ਉਮਰ ਕੈਦ ਹੋ ਸਕਦੀ ਹੈ, ਤਾਂ ਜਿਹੜੇ ਨੇ ਫਾਲਸ ਐਵੀਡੈਂਸ ਦਿੱਤੀ ਹੈ ਉਹਨੂੰ ਵੀ ਉਮਰ ਕੈਦ ਹੋ ਸਕਦੀ ਹੈ ਤੇ ਨਾਲ ਫਾਈਨ ਵੀ ਕੀਤਾ ਜਾ ਸਕਦਾ ਹੈ. ਨੈਕਸਟ ਸੈਕਸ਼ਨ ਹੈਗਾ 196, ਯੂਜ਼ਿੰਗ ਐਵੀਡੈਂਸ ਨੋਨ ਟੂ ਬੀ ਫਾਲਸ. ਕੋਈ ਐਵੀਡੈਂਸ ਹੈ, ਪਤਾ ਹੈ ਜਿਹੜਾ ਐਵੀਡੈਂਸ ਦੇਣ ਜਾ ਰਿਹਾ ਉਹਨੂੰ ਪਤਾ ਵੀ ਇਹ ਜਿਹੜੀ ਐਵੀਡੈਂਸ ਹੈ ਗਲਤ ਹੈ, ਨੋਨ ਟੂ ਬੀ ਫਾਲਸ. whoever corruptly, ਜਾਣਬੁੱਝ ਕੇ, ਮੈਲਾਫਾਈਨ ਇੰਟੈਂਸ਼ਨ ਦੇ ਨਾਲ, corruptly uses or attempts to use ਕਰਦਾ ਕਿਸੇ ਐਵੀਡੈਂਸ ਨੂੰ. ਉੱਪਰਲੇ ਕੇਸ ਦੇ ਵਿੱਚ ਤਾਂ ਹੈਗਾ ਸੀ ਐਵੀਡੈਂਸ ਦਿੱਤੀ ਸੀ ਗਲਤ ਜਾਂ ਫੈਬਰੀਕੇਟ ਕੀਤੀ ਸੀਗੀ, ਇੱਥੇ ਐਵੀਡੈਂਸ ਆਲਰੇਡੀ ਪਈ ਹੈ, ਪਤਾ ਵੀ ਗਲਤ ਐਵੀਡੈਂਸ ਹੈਗੀ ਹੈ. ਯੂਜ਼ ਐਜ਼ ਟਰੂ ਔਰ ਜੈਨੂਨ ਐਵੀਡੈਂਸ ਪਤਾ ਵੀ ਗਲਤ ਹੈਗੀ ਆ ਪਰ ਉਸਨੂੰ ਜੈਨੂਨ ਸਮਝ ਕੇ ਨਹੀਂ, ਜੈਨੂਨ ਜਾਣਬੁੱਝ ਕੇ ਜੈਨੂਨ ਬਣਾ ਕੇ ਉਸਨੂੰ ਜਿਹੜਾ ਹੈਗਾ ਯੂਟਿਲਾਈਜ਼ ਕੀਤੀ ਜਾ ਰਹੀ ਹੈ ਕੋਰਟ ਦੇ ਵਿੱਚ. ਐਵੀਡੈਂਸ ਵਿਚ ਹੀ ਨੋਜ਼ ਟੂ ਬੀ ਫਾਲਸ ਔਰ ਫੈਬਰੀਕੇਟਡ, ਪਤਾ ਉਸਨੂੰ ਵੀ ਇਹ ਫਾਲਸ ਵੀ ਹੈ, ਫੈਬਰੀਕੇਟਡ ਵੀ ਹੈ, ਤਿਆਰ ਕੀਤੀ ਗਈ ਹੈ. ਉੱਪਰਲੇ ਕੇਸ 'ਚ ਹੈਗੀ ਸੀ ਫੈਬਰੀਕੇਟ ਕਰਨਾ,
ਇੱਥੇ ਯੂਜ਼ ਕਰਨਾ ਅੱਗੇ ਜਾ ਕੇ shall be punished in the same manner as if he gave or fabricated false evidence। ਜਿਵੇਂ ਸਜ਼ਾ 195 ਦੇ ਵਿੱਚ ਹੋਏਗੀ ਉਸੇ ਤਰੀਕੇ ਦੀ ਜਿਹੜੀ ਸਜ਼ਾ ਹੈਗੀ ਆ 196 ਦੇ ਕੇਸ ਦੇ ਵਿੱਚ ਵੀ ਜਿਹੜਾ ਅਫੈਂਸ ਕਰਦਾ ਹੈ, ਗਲਤ ਐਵੀਡੈਂਸ ਜਿਹੜਾ ਹੈਗਾ ਯੂਜ਼ ਕਰਦਾ ਹੈ, ਉਹਨੂੰ ਹੋ ਸਕਦੀ ਹੈ। ਇਸ਼ੂਇੰਗ ਔਰ ਸਾਈਨਿੰਗ ਫਾਲਸ ਸਰਟੀਫਿਕੇਟ, ਕੋਈ ਸਰਟੀਫਿਕੇਟ ਹੈਗਾ ਇਸ਼ੂ ਕੀਤਾ ਜਾ ਰਿਹਾ ਹੈ ਜਾਂ ਸਾਈਨ ਕੀਤੇ ਜਾ ਰਹੇ ਨੇ, ਤਿਆਰ ਕਿਸੇ ਹੋਰ ਨੇ ਕੀਤਾ ਹੈ, ਸਾਈਨ ਕੀਤੇ ਜਾ ਰਹੇ ਨੇ, ਜਾਣਬੁੱਝ ਕੇ ਪਤਾ ਹੈ ਵੀ ਜਿਹੜਾ ਐਵੀਡੈਂਸ ਜਿਹੜਾ ਇਹ ਸਰਟੀਫਿਕੇਟ ਹੈ ਗਲਤ ਹੈ। Whoever issues or signs any certificate required by law to be given or signed or relating to any fact which such certificate is by law admissible in evidence, ਪਤਾ ਵੀ ਜਿਹੜਾ ਇਹ ਸਰਟੀਫਿਕੇਟ ਹੈ ਕਿਸੇ ਵੀ ਵੇਲੇ ਜਿਹੜਾ ਐਵੀਡੈਂਸ ਦੇ ਵਿੱਚ ਵੀ ਯੂਜ਼ ਕੀਤਾ ਜਾ ਸਕਦਾ ਹੈ। knowing or believing that such certificate is false in any material point, ਕਿਸੇ ਵੀ ਪੁਆਇੰਟ ਤੋਂ ਲੈ ਕੇ ਜਿਹੜਾ ਇਹ ਸਰਟੀਫਿਕੇਟ ਹੈ, ਜਿਵੇਂ ਕੋਈ ਕਾਸਟ ਸਰਟੀਫਿਕੇਟ ਹੈ, ਕੋਈ ਆਪਣਾ ਇੱਦਾਂ ਰੈਜ਼ੀਡੈਂਸ ਸਰਟੀਫਿਕੇਟ ਹੈ, ਜਾਣਬੁੱਝ ਕੇ ਕੋਈ ਇੱਦਾਂ ਸਰਟੀਫਿਕੇਟ ਕੋਈ ਜਾਰੀ ਕੀਤਾ ਜਾ ਰਿਹਾ ਹੈ ਜਿਹੜਾ ਕਿਸੇ ਕੋਰਟ ਦੇ ਵਿੱਚ ਵੀ ਜਾ ਕੇ ਐਜ਼ ਐਵੀਡੈਂਸ ਯੂਜ਼ ਕੀਤਾ ਜਾ ਸਕਦਾ ਹੈ ਜਾਂ ਕਿਸੇ ਨੂੰ ਰਿਜ਼ਰਵੇਸ਼ਨ ਦਿਲਾ ਸਕਦਾ ਹੈਗਾ। ਠੀਕ ਹੈ, ਕੋਈ ਆਫੀਸਰ ਹੈ, ਕੋਈ EMPLOYEE ਹੈ, ਕੋਈ ਜਾਣਬੁੱਝ ਕੇ ਸਰਟੀਫਿਕੇਟ ਜਾਰੀ ਕਰਦਾ ਹੈ, ਸਾਈਨ ਕਰਦਾ ਹੈ, shall be punished in the same manner as it if he gave false evidence। ਜਿਵੇਂ ਅਸੀਂ ਸੈਕਸ਼ਨ 195 ਪੜ੍ਹਿਆ ਸੀਗਾ, ਫਾਲਸ ਐਵੀਡੈਂਸ ਹੈ, ਉਹਦੇ ਵਿੱਚ ਜਿੰਨੀ ਸਜ਼ਾ ਹੋ ਸਕਦੀ ਹੈ, ਇੱਦਾਂ ਦੇ ਸਰਟੀਫਿਕੇਟ ਜਾਰੀ ਕਰਨ ਦੇ ਵਿੱਚ ਵੀ ਸੇਮ ਹੀ ਸਜ਼ਾ ਹੋਏਗੀ ਜਿਵੇਂ ਸੈਕਸ਼ਨ 195 ਦੇ ਵਿੱਚ ਹੁੰਦੀ ਹੈ। ਫਿਰ ਹੈ ਸੈਕਸ਼ਨ 198 using as true a certificate known to be false। ਇਹ ਉੱਪਰ ਤਾਂ ਦੇਖੋ 197 ਦੇ ਵਿੱਚ ਤਾਂ ਕਿਸੇ ਦਾ ਸਰਟੀਫਿਕੇਟ ਬਣਾਇਆ ਜਾ ਰਿਹਾ ਸੀਗਾ, ਸਾਈਨ ਕੀਤੇ ਜਾ ਰਹੇ ਸੀਗੇ, ਪ੍ਰਪੇਅਰ ਕੀਤਾ ਜਾ ਰਿਹਾ ਸੀ, ਇਸ਼ੂ ਕੀਤਾ ਜਾ ਰਿਹਾ ਸੀਗਾ। 198 ਥੋੜਾ ਜਿਹਾ ਡਿਫਰੈਂਸ ਹੈ, using as true a certificate known to be false। ਕੋਈ ਸਰਟੀਫਿਕੇਟ ਹੈ, ਪਤਾ ਹੈ ਫਾਲਸ ਹੈ, ਕਿਸੇ ਨੇ ਸਬਮਿਟ ਕੀਤਾ ਮੇ ਬੀ, ਠੀਕ ਹੈ, ਪਤਾ ਹੈ ਵੀ ਸਰਟੀਫਿਕੇਟ ਫਾਲਸ ਹੈ, ਪਰ ਉਸਨੂੰ ਐਜ਼ ਅ ਟਰੂ ਯੂਜ਼ ਕਰਨਾ। whoever craftily uses or attempts to use ਵੀ ਕਰਦਾ ਜਾਂ ਕੋਸ਼ਿਸ਼ ਕਰਦਾ ਯੂਜ਼ ਕਰਨ ਦੀ any such certificate as a true certificate knowing the same to be false in any material point shall be punished in the same manner ਦੇ ਵਿੱਚ as if he had gave false evidence। ਜਿਵੇਂ ਕਿ ਅਸੀਂ 195 ਚ ਪੜ੍ਹਿਆ ਵੀ ਫਾਲਸ ਐਵੀਡੈਂਸ ਦੇਣ ਵਾਲੇ ਨੂੰ ਕੀ ਸਜ਼ਾ ਹੋ ਸਕਦੀ ਹੈ। ਠੀਕ ਹੈ, ਉਹ ਸਜ਼ਾ 198 ਦੇ ਵਿੱਚ ਵੀ ਸੇਮ ਸਜ਼ਾ ਹੋ ਸਕਦੀ ਹੈ। 199 ਚ ਕੀ ਹੈਗਾ, false statement made in declaration which is by law receivable as evidence। ਕੋਈ ਡੈਕਲੇਰੇਸ਼ਨ ਦੇਣੀ ਹੈ ਕਿਸੇ ਵਿਅਕਤੀ ਨੇ, ਜਿਵੇਂ ਡੈਕਲੇਰੇਸ਼ਨ ਦਿੰਦੇ ਆ ਅਸੀਂ, ਐਫੀਡੇਵਿਟ ਵਗੈਰਾ ਦਿੰਦੇ ਆ, ਉਹਦੇ ਵਿੱਚ ਡੈਕਲੇਰੇਸ਼ਨ ਹੁੰਦੀ ਹੈ, ਉਹਦੇ ਵਿੱਚ ਫਾਲਸ ਸਟੇਟਮੈਂਟ ਕਲੀਅਰ ਕਰ ਦੇਣਾ ਆਪਣੇ ਵੱਲੋਂ। ਕੋਈ ਫਾਲਸ ਜਿਹੜੇ ਤੱਥ ਹੈਗੇ ਆਪਣੀ ਡੈਕਲੇਰੇਸ਼ਨ ਦੇ ਵਿੱਚ ਜਿਹੜੀ ਸਟੇਟਮੈਂਟ ਹੈ ਉਹਦੇ ਵਿੱਚ ਫਾਲਸ ਸਟੇਟਮੈਂਟ ਦੇਣਾ। ਜਿਹੜੀ ਸਟੇਟਮੈਂਟ ਤੁਹਾਡੀ ਹੈਗੀ ਹੈ ਕਿਸੇ ਕੋਰਟ ਦੇ ਵਿੱਚ ਐਜ਼ ਐਵੀਡੈਂਸ ਯੂਟੀਲਾਈਜ਼ ਹੋ ਸਕਦੀ ਹੋਵੇ ਕੋਰਟ ਆਫ ਜਸਟਿਸ ਦੇ ਵਿੱਚ, ਜਾਂ ਪਬਲਿਕ ਸਰਵੈਂਟ ਔਰ ਐਨੀ ਪਬਲਿਕ ਸਰਵੈਂਟ ਔਰ ਅਦਰ ਪਰਸਨ ਇਜ਼ ਬਾਉਂਡ ਔਰ ਅਥੋਰਾਈਜ਼ਡ ਬਾਈ ਲਾਅ ਟੂ ਰਿਸੀਵ ਐਜ਼ ਐਵੀਡੈਂਸ। ਕੋਈ ਵੀ ਪਬਲਿਕ ਸਰਵੈਂਟ ਹੈ, ਚਾਹੇ ਕੋਈ ਹੋਰ ਪਰਸਨ ਹੈ, ਚਾਹੇ ਕੋਰਟ ਹੈਗੀ ਹੈ, ਉਹ ਐਵੀਡੈਂਸ ਲੈ ਰਹੀ ਹੈ, ਠੀਕ ਹੈ, ਸਟੇਟਮੈਂਟ ਲੈ ਰਹੀ ਹੈ, ਸਟੇਟਮੈਂਟ ਦੇ ਵਿੱਚ ਤੁਸੀਂ ਗਲਤ ਸਟੇਟਮੈਂਟ ਕਿਸੇ ਵਿਅਕਤੀ ਵੱਲੋਂ ਦਿੱਤੀ ਜਾ ਰਹੀ ਹੈ, ਤਾਂ ਜਿਹੜਾ ਉਹ ਵਿਅਕਤੀ ਹੈ ਉਹਨੂੰ ਪਤਾ ਵੀ ਦੇਖੋ ਇੰਟੈਂਸ਼ਨਲੀ ਗਲਤ ਦਿੱਤੀ ਜਾ ਰਹੀ ਹੈ। ਜੇ ਤਾਂ ਮਤਲਬ ਕਿ ਜਾਣਬੁੱਝ ਕੇ ਗਲਤ ਸਟੇਟਮੈਂਟ ਨਹੀਂ ਦਿੱਤੀ ਜਾ ਰਹੀ, ਉਹਨੂੰ ਪਤਾ ਨਹੀਂ ਸੀਗਾ ਵੀ ਇਹ ਸਟੇਟਮੈਂਟ ਗਲਤ ਹੈ, ਫਿਰ ਤਾਂ ਗੱਲ ਵੱਖਰੀ ਹੈ। ਪਰ ਪਤਾ ਹੋਣ ਦੇ ਬਾਵਜੂਦ ਵੀ ਮੈਂ ਸਟੇਟਮੈਂਟ ਗਲਤ ਦੇ ਰਿਹਾ, ਤਦ ਵੀ ਜਿਵੇਂ ਐਵੀਡੈਂਸ ਅਸੀਂ ਗਲਤ ਦਿੰਦੇ ਹਾਂ, ਸੇਮ ਪਨਿਸ਼ਮੈਂਟ ਹੁੰਦੀ ਹੈ। ਜਿਵੇਂ ਐਵੀਡੈਂਸ ਗਲਤ ਦਿੱਤੀ ਜਾ ਰਹੀ ਹੈ, ਇਸੇ ਤਰੀਕੇ ਜਿਹੜੀ ਇਹ ਸਟੇਟਮੈਂਟ ਹੈ ਗਲਤ ਦਿੱਤੀ ਜਾ ਰਹੀ ਹੈ, ਸੇਮ ਜਿਹੜੀ ਪਨਿਸ਼ਮੈਂਟ ਹੈ ਸਟੇਟਮੈਂਟ ਦੇ ਵਿੱਚ ਵੀ ਹੋਏਗੀ, ਜੋ ਕਿ ਫਾਲਸ ਐਵੀਡੈਂਸ ਦੇਣ ਦੇ ਵਿੱਚ ਪਨਿਸ਼ਮੈਂਟ ਹੁੰਦੀ ਹੈ। Section 200 using as true such declaration knowing it to be false। ਦੇਖੋ ਉੱਪਰ ਤਾਂ ਜਿਹੜੀ ਸਟੇਟਮੈਂਟ ਸੀਗੀ ਗਲਤ ਦਿੱਤੀ ਸੀਗੀ, ਹੁਣ ਕਿਸੇ ਵਿਅਕਤੀ ਨੇ ਸਟੇਟਮੈਂਟ ਗਲਤ ਦੇਤੀ, ਪਤਾ ਵੀ ਸਟੇਟਮੈਂਟ ਗਲਤ ਹੈਗਾ, ਉਸ ਨੂੰ ਫਿਰ ਵੀ ਯੂਜ਼ ਕਰਨਾ, ਜਾਣਬੁੱਝ ਕੇ ਪਤਾ ਹੋਣ ਦੇ ਬਾਵਜੂਦ ਵੀ ਦਿਸ ਇਜ਼ ਰੋਂਗ ਸਟੇਟਮੈਂਟ, ਉਸ ਨੂੰ ਟਰੂ ਸਮਝ ਕੇ ਪਤਾ ਹੋਣ ਦੇ ਬਾਵਜੂਦ ਯੂਟੀਲਾਈਜ਼ ਕਰਨਾ, that is the same thing। ਜਿਵੇਂ ਕਿ ਅਸੀਂ ਕਿਸੇ ਕੋਰਟ ਦੇ ਵਿੱਚ
ਕਿਸੇ ਪਰਸਨ ਅਥੋਰਾਈਜ਼ਡ ਪਰਸਨ ਦੇ ਅੱਗੇ ਫਾਲਸ ਐਵੀਡੈਂਸ ਦਿੰਦੇ ਆ, ਇਹ ਵੀ ਸੇਮ ਸਜ਼ਾ ਉਹਦੇ ਵਿੱਚ ਵੀ ਜੇ ਕੋਈ ਵਿਅਕਤੀ ਕਿਸੇ ਸਟੇਟਮੈਂਟ ਨੂੰ ਜਾਣਦੇ ਹੋਏ ਵੀ ਇਹ ਗਲਤ ਹੈਗੀ ਹੈ ਤਾਂ ਯੂਟਿਲਾਈਜ਼ ਕਰਦਾ ਹੈ ਜਾਂ ਯੂਟਿਲਾਈਜ਼ ਕਰਨ ਦੀ ਕੋਸ਼ਿਸ਼ ਕਰਦਾ ਹੈ, ਸੇਮ ਪਨਿਸ਼ਮੈਂਟ ਹੁੰਦੀ ਹੈ। ਸੈਕਸ਼ਨ 201 ਚ ਕੀ ਹੈਗਾ? ਕਾਜ਼ਿੰਗ ਡਿਸਅਪੀਅਰੈਂਸ ਆਫ ਐਵੀਡੈਂਸ ਆਫ ਅਫੈਂਸ ਔਰ ਗਿਵਿੰਗ ਫਾਲਸ ਇਨਫੋਰਮੇਸ਼ਨ ਟੂ ਸਕਰੀਨ ਦ ਅਫੈਂਡਰ। ਕਿਸੇ ਐਵੀਡੈਂਸ ਨੂੰ ਡਿਸਅਪੀਅਰ ਕਰਨਾ, ਖਤਮ ਕਰ ਦੇਣਾ, ਕਿਸੇ ਐਵੀਡੈਂਸ ਨੂੰ ਖਤਮ ਕਰਨਾ, ਕਿਸੇ ਅਫੈਂਸ ਕਿਸੇ ਨੇ ਕਮਿਟ ਕੀਤਾ ਹੈ, ਉਹਦੇ ਖਿਲਾਫ ਕੋਈ ਐਵੀਡੈਂਸ ਪਈ ਹੈ, ਠੀਕ ਹੈ, ਉਸ ਐਵੀਡੈਂਸ ਨੂੰ ਖਤਮ ਕਰਨਾ, ਔਰ ਗਿਵਿੰਗ ਫਾਲਸ ਇਨਫੋਰਮੇਸ਼ਨ ਟੂ ਸਕਰੀਨ ਦਾ ਅਫੈਂਡਰ, ਜਾਂ ਫਿਰ ਇਨਫੋਰਮੇਸ਼ਨ ਗਲਤ ਦੇਣਾ। ਕਾਹਦੇ ਲਈ? ਸਕਰੀਨ ਦਾ ਅਫੈਂਡਰ ਮਤਲਬ ਜਿਹੜਾ ਮੁਜਰਮ ਹੈਗਾ, ਜਿਹੜਾ ਦੋਸ਼ੀ ਹੈਗਾ, ਉਹਨੂੰ ਬਚਾਉਣ ਦੀ ਖਾਤਰ, ਦੋਸ਼ੀ ਨੂੰ ਬਚਾਉਣ ਦੀ ਖਾਤਰ ਉਹਦੇ ਖਿਲਾਫ ਕੋਈ ਐਵੀਡੈਂਸ ਹੈਗੀ ਹੈ, ਉਹਨੂੰ ਛੁਪਾ ਦੇਣਾ, ਲੁਕਾ ਦੇਣਾ, ਖਤਮ ਕਰ ਦੇਣਾ, ਠੀਕ ਹੈ, ਜਾਂ ਫਿਰ ਇਨਫੋਰਮੇਸ਼ਨ ਗਲਤ ਦੇਣਾ। ਕਿਸੇ ਆਫੀਸਰ ਨੇ ਆ ਕੇ ਕੋਈ ਗੱਲ ਪੁੱਛੀ ਕਿਸੇ ਵਿਅਕਤੀ ਤੋਂ, ਪਤਾ ਹੋਣ ਦੇ ਬਾਵਜੂਦ ਵੀ ਕੋਈ ਇਨਫੋਰਮੇਸ਼ਨ ਉਸ ਨੂੰ ਗਲਤ ਦੇਣਾ ਤਾਂ ਕਿ ਜਿਹੜਾ ਹੈਗਾ, ਜਿਹੜਾ ਦੋਸ਼ੀ ਹੈ ਉਹ ਬਚ ਕੇ ਜਾ ਸਕੇ, ਉਹਦੇ ਖਿਲਾਫ ਕੋਈ ਕਾਰਵਾਈ ਨਾ ਹੋ ਸਕੇ, ਠੀਕ ਹੈ। gives any information respecting the offense of which knows or believes to be false, ਪਤਾ ਹੁੰਦਾ ਵੀ ਮੈਂ ਗਲਤ ਇਨਫੋਰਮੇਸ਼ਨ ਦੇ ਰਿਹਾ। ਇਹ ਕੇਸ ਕਿਹੜੇ ਕਿਹੜੇ ਨੇ, ਕਿੱਦਾਂ ਦੇ? ਦੇਖੋ, ਜਿਹੜਾ ਅਫੈਂਡਰ ਹੈਗਾ, ਜਿਹਨੇ ਅਫੈਂਸ ਕਮਿਟ ਕੀਤਾ ਹੈ, ਜੇਕਰ ਉਸਨੇ ਕੋਈ ਐਸਾ ਅਫੈਂਸ ਕਮਿਟ ਕੀਤਾ ਹੈ ਜਿਹਦੇ ਵਿੱਚ ਉਸ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ ਅੰਡਰ ਲਾਅ, ਸਾਡੇ ਇਹ IPC ਦੇ ਤਹਿਤ ਉਸਨੇ ਕੋਈ ਐਸੀ ਅਫੈਂਸ ਕਮਿਟ ਕੀਤਾ ਹੈ ਜਿਹਦੇ ਵਿੱਚ ਉਸ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ, ਠੀਕ ਹੈ, ਤਾਂ ਜਿਹੜਾ ਵਿਅਕਤੀ ਕੋਈ ਐਵੀਡੈਂਸ ਨੂੰ ਡਿਸਅਪੀਅਰ ਕਰਦਾ ਹੈ ਜਾਂ ਫਾਲਸ ਇਨਫੋਰਮੇਸ਼ਨ ਦਿੰਦਾ ਹੈ ਤਾਂ ਉਹਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਕਿਸੇ ਐਸੇ ਮੁਜਰਮ ਨੂੰ ਬਚਾਉਣ ਦੀ ਖਾਤਰ, ਜਿਹਨੇ ਐਸਾ ਆਫੈਂਸ ਕਮਿਟ ਕੀਤਾ ਹੋਵੇ ਜਿਹਦੇ ਵਿੱਚ ਉਸ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੋਵੇ, ਐਸੇ ਅਫੈਂਡਰ ਨੂੰ ਬਚਾਉਣ ਦੀ ਖਾਤਰ ਉਹਦੇ ਖਿਲਾਫ ਜੇ ਕੋਈ ਐਵੀਡੈਂਸ ਹੈ ਉਹਨੂੰ ਇੱਧਰ ਉੱਧਰ ਕਰਨਾ, ਜਾਂ ਫਿਰ ਇਨਫੋਰਮੇਸ਼ਨ ਗਲਤ ਦੇਣਾ, ਕਿਸੇ ਕੰਪੀਟੈਂਟ ਅਥਾਰਟੀ ਨੂੰ ਗਲਤ ਇਨਫੋਰਮੇਸ਼ਨ ਦੇਣਾ, ਤਾਂ ਐਸੇ ਵਿਅਕਤੀ ਨੂੰ ਜਿਹੜਾ ਇੱਦਾਂ ਦੀ ਕੋਈ ਗਲਤੀ ਕਰਦਾ ਹੈ ਤਾਂ ਉਸ ਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਜੁਰਮਾਨਾ ਵੀ ਹੋ ਸਕਦੇ ਨੇ ਤੇ ਦੋਨੋਂ ਵੀ ਹੋ ਸਕਦੇ ਨੇ। ਜਾਂ ਫਿਰ ਜੇਕਰ ਪਨਿਸ਼ਮੈਂਟ ਹੈ, ਜਿਹੜਾ ਅਫੈਂਡਰ ਹੈ ਉਹਨੂੰ ਪਨਿਸ਼ਮੈਂਟ ਕਿੰਨੀ ਹੋ ਸਕਦੀ ਹੈ? ਉਮਰ ਕੈਦ ਹੋ ਸਕਦੀ ਹੈ। ਜੇਕਰ ਉਹਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਉੱਪਰ ਦੇਖੋ ਕੈਪੀਟਲ ਸੈਂਟੈਂਸ ਸੀ, ਮੌਤ ਦੀ ਸਜ਼ਾ। ਜੇ ਮੌਤ ਦੀ ਸਜ਼ਾ ਦੇ ਸੰਬੰਧ ਵਿੱਚ ਕੋਈ ਬੰਦਾ ਕਿਸੇ ਦੀ ਜਿਹੜੀ ਹੈਗੀ ਐਵੀਡੈਂਸ ਨੂੰ ਖਤਮ ਕਰਦਾ ਹੈ ਤਾਂ ਉਹਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਪਰ ਇਫ ਦਾ ਪਨਿਸ਼ੇਬਲ ਵਿਦ ਇੰਪ੍ਰਿਜ਼ਨਮੈਂਟ ਫॉर ਲਾਈਫ, ਜੇ ਉਹਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ ਤਾਂ ਜਿਹੜਾ ਇਹ ਐਸਾ ਵਿਅਕਤੀ ਹੈ ਜਿਹੜਾ ਕਿਸੇ ਦੀ ਐਵੀਡੈਂਸ ਨੂੰ ਖਤਮ ਕਰਦਾ ਹੈ ਤਾਂ ਉਹਨੂੰ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। 3 years and shall also be liable to fine, ਨਾਲ ਜੁਰਮਾਨਾ ਵੀ ਹੋ ਸਕਦਾ ਹੈ। ਫਿਰ ਉੱਪਰ ਡੈਥ ਕੇਸ ਸੀਗਾ, ਸੈਕੰਡ ਹੈਗਾ ਉਮਰ ਕੈਦ ਦੀ ਸਜ਼ਾ, ਜਿਹੜਾ ਦੋਸ਼ੀ ਹੈ ਉਹਨੂੰ ਉਮਰ ਕੈਦ ਹੋ ਸਕਦੀ ਹੈ। ਥਰਡ ਕੇਸ ਦੇ ਵਿੱਚ ਕੀ ਹੈਗਾ? ਇਫ ਦਾ ਪਨਿਸ਼ੇਬਲ ਵਿਦ ਲੈਸ ਦੈਨ 10 years, ਜੇਕਰ ਜਿਹੜਾ ਦੋਸ਼ੀ ਹੈਗਾ ਜਿਹਨੇ ਅਫੈਂਸ ਕਮਿਟ ਕੀਤਾ ਹੈ ਉਹਨੂੰ 10 ਸਾਲ ਤੋਂ ਘੱਟ ਸਜ਼ਾ ਹੋ ਸਕਦੀ ਹੈ, ਐਸਾ ਅਫੈਂਸ ਕਮਿਟ ਕੀਤਾ ਹੈ। ਤਾਂ ਜਿਹੜਾ ਵਿਅਕਤੀ ਹੈ ਜਿਹੜਾ ਐਵੀਡੈਂਸ ਨੂੰ ਡਿਸਅਪੀਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਾਂ ਖਤਮ ਕੀਤੀ ਹੈ ਜਿਸਨੇ, ਜਾਂ ਇਨਫੋਰਮੇਸ਼ਨ ਰੋਂਗ ਇਨਫੋਰਮੇਸ਼ਨ ਦੇ ਰਿਹਾ ਹੈ, ਤਾਂ ਉਸ ਨੂੰ 1/4 ਪਾਰਟ ਆਫ ਦਾ ਲੌਂਗੈਸਟ ਟਰਮ, ਜਿੰਨੀ ਵੀ ਸਜ਼ਾ ਉਸ ਵਿਅਕਤੀ ਨੂੰ ਹੁੰਦੀ ਹੈ, ਜਿਹੜਾ ਅਫੈਂਡਰ ਹੈਗਾ ਜਿੰਨੀ ਸਜ਼ਾ ਉਸ ਨੂੰ ਹੁੰਦੀ ਹੈ ਉਹਦਾ ਚੌਥਾ ਹਿੱਸਾ ਜਿਹੜਾ ਸਜ਼ਾ ਹੈਗੀ ਹੈ, ਜਿਹੜਾ ਅਫੈਂਸ ਜਿਹੜਾ ਐਵੀਡੈਂਸ ਨੂੰ ਹੈਗਾ ਡਿਸਪੀਅਰ ਕਰਦਾ ਹੈਗਾ, ਉਹਨੂੰ 1/4 ਪਾਰਟ ਆਫ ਦਾ ਲੌਂਗੈਸਟ ਟਰਮ, ਜਿਹਦੀ ਸਜ਼ਾ ਨੂੰ ਚੌਥਾ ਹਿੱਸਾ ਸਜ਼ਾ ਹੋ ਸਕਦੀ ਹੈ। ਜੇ ਉਸ ਵਿਅਕਤੀ ਨੂੰ ਸਜ਼ਾ 8 ਸਾਲ ਦੀ ਹੁੰਦੀ ਹੈ ਤਾਂ 2 ਸਾਲ ਤੱਕ ਦੀ ਸਜ਼ਾ ਇਹ ਅਫੈਂਸ ਕਮਿਟ ਕਰਨ ਵਾਲੇ ਨੂੰ ਹੋ ਸਕਦੀ ਹੈ, ਜਿਸਨੇ ਕਿਹੜਾ ਅਫੈਂਸ ਕਮਿਟ ਕੀਤਾ ਹੈ? ਜਿਸਨੇ ਐਵੀਡੈਂਸ ਜਿਹੜੀ ਹੈਗੀ ਹੈ ਡਿਸਪੀਅਰ ਕੀਤੀ ਹੈ, ਐਵੀਡੈਂਸ ਖਤਮ ਕੀਤੀ ਹੈ, ਮੁੱਦਾ ਖਤਮ ਕੀਤਾ। ਜਾਨੀ ਕਿ ਇੱਕ ਐਗਜ਼ਾਮਪਲ ਦੇਖ ਲਓ, A knowing that B has murdered Z, A knowing that B has murdered Z, ਇਹਨੂੰ ਪਤਾ ਹੈ ਜਿਹੜਾ B ਹੈ ਉਸਨੇ ਮਰਡਰ ਕੀਤਾ Z ਦਾ। ਅਸਿਸਟ B ਨੂੰ ਅਸਿਸਟ ਕਰਦਾ ਹੈ, ਹਾਈਡ ਦਾ ਬੋਡੀ, ਜਿਹੜੀ ਬੋਡੀ ਹੈ Z ਦੀ ਬੋਡੀ ਨੂੰ ਖਤਮ ਕਰਨ ਦੀ ਖਾਤਰ, ਵਿਦ ਦਾ ਇੰਟੈਂਸ਼ਨ ਆਫ ਸਕਰੀਨਿੰਗ B ਫਰੋਮ ਪਨਿਸ਼ਮੈਂਟ, B ਨੂੰ ਬਚਾਉਣ ਦੇ ਵਾਸਤੇ ਜਿਹੜਾ ਬੰਦਾ ਮਰ ਚੁੱਕਿਆ, ਜਿਹਦਾ ਮਰਡਰ ਹੋਇਆ Z, ਉਹਦੀ ਬੋਡੀ ਨੂੰ ਇੱਧਰ ਉੱਧਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਲਾਉਣ ਦੀ ਖਾਤਰ, ਜੋ ਵੀ ਕਰਨਾ ਹੈ ਉਸਨੇ ਉਹਦੇ ਨਾਲ ਹੈਲਪ ਕਰਕੇ ਉਹਨੂੰ ਸਿੱਟਣ ਦੀ ਖਾਤਰ, ਕਿਤੇ ਛੁਪਾਉਣ ਦੀ ਖਾਤਰ,
ਉਹਦੀ ਹੈਲਪ ਕਰਦਾ ਹੈਗਾ ਜਿਹੜਾ A ਹੈ, B ਦੀ ਹੈਲਪ ਕਰਦਾ ਹੈ, ਠੀਕ ਹੈ, ਐਵੀਡੈਂਸ ਨੂੰ ਖਤਮ ਕਰਨ ਵਾਸਤੇ। A is liable to imprisonment of either description for 7 years। ਜਿਹੜਾ A ਹੈਗਾ, ਦੇਖੋ ਇੱਥੇ ਗੱਲ ਆ ਗਈ ਪਹਿਲੇ ਕੇਸ ਵਾਲੀ। ਪਹਿਲੇ ਕੇਸ ਕੀ ਸੀਗਾ? ਮਰਡਰ, ਮੌਤ ਦੀ ਸਜ਼ਾ। ਠੀਕ ਹੈ, ਇੱਥੇ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਜਿਹੜਾ ਪਹਿਲਾ ਪੈਰਾ ਸੀਗਾ, ਪਹਿਲੇ ਪੈਰੇ ਦੇ ਵਿੱਚ ਜਿਹੜਾ ਅਫੈਂਸ ਕਮਿਟ ਕੀਤਾ, ਮਰਡਰ ਕੀਤਾ, ਮਰਡਰ ਦੇ ਵਿੱਚ ਜਿਹੜੀ ਸਜ਼ਾ ਹੋ ਸਕਦੀ ਹੈ ਦੋਸ਼ੀ ਨੂੰ, ਉਹ ਮਤਲਬ ਕਿ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ। ਇਸ ਕਰਕੇ ਜੇ ਮੌਤ ਦੀ ਸਜ਼ਾ ਉਹਨੂੰ ਹੋ ਸਕਦੀ ਹੈ ਤਾਂ ਜੇ ਇਸ ਬੰਦੇ ਨੇ ਜਿਹੜੀ ਐਵੀਡੈਂਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਐਵੀਡੈਂਸ ਨੂੰ ਜਿਹੜਾ ਖਤਮ ਕਰਨ ਵਾਸਤੇ ਇਹਦੀ ਹੈਲਪ ਕੀਤੀ ਹੈ, ਤਾਂ ਨਾ B ਦੀ ਹੈਲਪ ਕੀਤੀ ਹੈ, ਤਾਂ ਇਸ ਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਨੈਕਸਟ, Section 202, intentional omission to give information of offence by person bound to inform। Intentional omission ਕਰਨਾ ਵੀ ਜਿਹੜਾ ਐਕਟ ਕਰਨਾ ਸੀ ਉਹ ਨਹੀਂ ਕੀਤਾ। ਜਿਹੜਾ ਐਕਟ ਕਰਨਾ ਸੀਗਾ ਉਸਨੇ ਨਹੀਂ ਕੀਤਾ, ਜਾਣਬੁੱਝ ਕੇ ਨਹੀਂ ਕੀਤਾ, ਇੰਟੈਂਸ਼ਨਲੀ ਤੌਰ ਤੇ ਨਹੀਂ ਕੀਤਾ। To give information of offence by person bound to inform, ਜਿਹੜਾ ਵਿਅਕਤੀ ਸੀਗਾ ਉਹ ਬਾਉਂਡ ਸੀਗਾ ਕੋਈ ਇਨਫੋਰਮੇਸ਼ਨ ਦੇਣ ਦਾ, ਠੀਕ ਹੈ, ਪਰ ਜਾਣਬੁੱਝ ਕੇ ਇਨਫੋਰਮੇਸ਼ਨ ਨਹੀਂ ਦਿੰਦਾ, ਕਿਸੇ ਜੁਰਮ ਦੀ ਇਨਫੋਰਮੇਸ਼ਨ ਨਹੀਂ ਦਿੰਦਾ। ਐਸੇ ਵਿਅਕਤੀ ਨੂੰ ਜਿਹੜੀ ਹੈਗੀ ਹੈ, ਉਹਨੇ ਬੇਸ਼ੱਕ ਕੋਈ ਅਫੈਂਸ ਨਹੀਂ ਕੀਤਾ ਹੋਰ, ਪਰ ਇਨਫੋਰਮੇਸ਼ਨ ਦੇਣ ਦੀ ਉਹਦੀ ਜ਼ਿੰਮੇਵਾਰੀ ਬਣਦੀ ਸੀਗੀ, ਪਰ ਉਹ ਇਨਫੋਰਮੇਸ਼ਨ ਨਹੀਂ ਦਿੰਦਾ ਆਪਦੀ ਕਿਸੇ ਹਾਇਰ ਅਥਾਰਟੀ ਨੂੰ ਜਾਂ ਪਰਸਨ ਨੂੰ ਜਿਹਨੇ ਉਹਨੂੰ ਅੰਗੇਜ ਕੀਤਾ ਹੋਇਆ ਹੈਗਾ, ਠੀਕ ਹੈ। shall be punished with imprisonment of either description for a term which may extend to 6 months। ਤਾਂ ਐਸੇ ਵਿਅਕਤੀ ਨੂੰ ਜਿਹੜਾ ਕੋਈ ਜਾਣਕਾਰੀ ਨਹੀਂ ਦਿੰਦਾ ਕਿਸੇ ਜੁਰਮ ਦੀ, ਜਿਸ ਨੂੰ ਜਾਣਕਾਰੀ ਦੇਣੀ ਬਣਦੀ ਸੀ, ਕਿ ਕੋਈ ਲੈਂਡਲੋਰਡ ਹੈ, ਉਹਦਾ ਕੋਈ ਨੌਕਰ ਹੈ, ਠੀਕ ਹੈ, ਉਹ ਜਾਣਕਾਰੀ ਨਹੀਂ ਦਿੰਦਾ, ਕੋਈ ਸਿਕਿਉਰਿਟੀ ਗਾਰਡ ਲੱਗਿਆ ਹੋਇਆ ਸੀ ਕਿਤੇ, ਉਹਦੀ ਜ਼ਿੰਮੇਵਾਰੀ ਬਣਦੀ ਸੀਗੀ, ਚੌਕੀਦਾਰ ਲੱਗਿਆ ਸੀਗਾ, ਉਹਦੀ ਜ਼ਿੰਮੇਵਾਰੀ ਬਣਦੀ ਇਨਫੋਰਮੇਸ਼ਨ ਦੇਣੀ, ਪਰ ਨਹੀਂ ਇਨਫੋਰਮੇਸ਼ਨ ਦਿੰਦਾ, ਤਾਂ 6 ਮਹੀਨੇ ਤੱਕ ਦੀ ਜਿਹੜੀ ਸਜ਼ਾ ਹੋ ਸਕਦੀ ਹੈ ਐਸੇ ਵਿਅਕਤੀ ਨੂੰ। ਫਾਈਨ ਵੀ ਹੋ ਸਕਦਾ ਹੈ, ਦੋਨੋਂ ਵੀ ਹੋ ਸਕਦਾ ਹੈ। 203 ਦੇ ਵਿੱਚ ਕੀ ਹੈ? ਗਿਵਿੰਗ ਫਾਲਸ ਇਨਫੋਰਮੇਸ਼ਨ। 202 ਤਾਂ ਇਨਫੋਰਮੇਸ਼ਨ ਨਹੀਂ ਦੇ ਰਿਹਾ, 203 ਦੇ ਵਿੱਚ ਜਿਹੜੀ ਇਨਫੋਰਮੇਸ਼ਨ ਦੇ ਰਿਹਾ ਹੈ, ਪਰ ਇਨਫੋਰਮੇਸ਼ਨ ਫਾਲਸ ਦਿੱਤੀ ਜਾ ਰਹੀ ਹੈ। ਗਿਵਿੰਗ ਫਾਲਸ ਇਨਫੋਰਮੇਸ਼ਨ ਰਿਸਪੈਕਟਿੰਗ ਐਨ ਅਫੈਂਸ ਕਮਿਟਡ, ਕੋਈ ਅਫੈਂਸ ਕਮਿਟ ਹੋ ਗਿਆ, ਠੀਕ ਹੈ, ਉਹਦੀ ਜਿਹੜੀ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਫਾਲਸ ਦਿੱਤੀ ਜਾ ਰਹੀ ਹੈ। ਜਿਹੜਾ ਵਿਅਕਤੀ whoever knowing or having reason to believe that an offense has been committed gives any information respecting that offense which he knows believed to be false, ਤਾਂ ਐਸੇ ਵਿਅਕਤੀ ਨੂੰ ਜਿਹੜੀ ਹੈਗੀ ਹੈ ਸਜ਼ਾ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਤੇ ਫਾਈਨ ਵੀ ਹੋ ਸਕਦਾ ਹੈ, ਤੇ ਦੋਨੋਂ ਵੀ ਹੋ ਸਕਦੇ ਨੇ ਜਿਹੜਾ ਇਨਫੋਰਮੇਸ਼ਨ ਰੋਂਗ ਇਨਫੋਰਮੇਸ਼ਨ ਦਿੰਦਾ ਹੈ। 204 destruction of document or electronic record to prevent its production as evidence। ਕੋਈ offense commit ਹੋਇਆ, ਉਸ offense ਦੇ ਵਿੱਚ ਕਿਸੇ ਵਿਅਕਤੀ ਨੂੰ ਪਤਾ ਹੈ ਵੀ ਜਿਹੜਾ ਉਹਦੇ ਕੋਲ ਕੋਈ ਰਿਕਾਰਡ ਹੈ, ਕੋਈ ਇਲੈਕਟ੍ਰੋਨਿਕ ਰਿਕਾਰਡ ਹੈ, ਚਾਹੇ ਕੋਈ ਡਾਕੂਮੈਂਟ ਹੈਗੇ ਆ, ਵੀ ਕੋਰਟ ਦੇ ਵਿੱਚ ਸਬਮਿਟ ਹੋਣਗੇ ਐਜ ਏ ਐਵੀਡੈਂਸ। ਕੋਰਟ ਦੇ ਵਿੱਚ ਕੋਈ ਰਿਕਾਰਡ ਹੈ, ਕੋਈ ਸਬਮਿਟ ਹੋਏਗਾ, ਜਾਂ ਕੋਈ ਇਲੈਕਟ੍ਰੋਨਿਕ ਰਿਕਾਰਡ ਹੈ, ਠੀਕ ਹੈ, ਐਜ ਏ ਐਵੀਡੈਂਸ ਕੋਰਟ ਦੇ ਵਿੱਚ ਪੇਸ਼ ਹੋਏਗਾ। ਇਹ ਜਾਣਦੇ ਹੋਏ ਕੋਈ ਵਿਅਕਤੀ ਉਸ ਜਿਹੜਾ ਰਿਕਾਰਡ ਹੈ ਉਸ ਨੂੰ ਡਿਸਟਰਕਟ ਕਰਦਾ ਹੈ, ਖਤਮ ਕਰਦਾ ਹੈਗਾ, ਖਰਾਬ ਕਰ ਦਿੰਦਾ ਹੈ, ਟੂ ਪ੍ਰੀਵੈਂਟ ਦਾ ਇਟਸ ਪ੍ਰੋਡਕਸ਼ਨ ਐਜ ਐਵੀਡੈਂਸ, ਤਾਂ ਕਿ ਇਹ ਜਿਹੜਾ ਰਿਕਾਰਡ ਹੈਗਾ ਕੋਰਟ ਦੇ ਵਿੱਚ ਪੇਸ਼ ਹੀ ਨਾ ਕੀਤਾ ਜਾ ਸਕੇ, ਕੋਰਟ 'ਚ ਪੇਸ਼ ਨਾ ਕੀਤਾ ਜਾ ਸਕੇ। ਤਾਂ ਐਸੇ ਵਿਅਕਤੀ ਨੂੰ ਕੀ ਹੈਗਾ? punished with imprisonment of either description for a term which may extend to 2 years। ਜਿਹੜਾ ਐਸੀ ਐਵੀਡੈਂਸ ਨੂੰ ਖਤਮ ਕਰਦਾ ਹੈ ਜਾਣਬੁੱਝ ਕੇ, ਮਤਲਬ ਡਿਲੀਟ ਮਾਰ ਦਿੰਦਾ। ਮੰਨ ਲਓ ਕੋਈ ਐਵੀਡੈਂਸ ਪਈ ਹੈ ਰਿਕਾਰਡ ਦੇ ਵਿੱਚ, ਕੰਪਿਊਟਰ 'ਚ ਕੋਈ ਐਵੀਡੈਂਸ ਪਈ ਹੈਗੀ ਹੈ, ਪਤਾ ਹੈ ਸਾਨੂੰ ਵੀ ਆਹ ਫਲਾਣਾ ਕੋਈ ਅਫੈਂਸ ਕਮਿਟ ਹੋ ਗਿਆ, ਤੇ ਉਸ ਦੇ ਵਿੱਚ ਇਹ ਜਿਹੜੀ ਐਵੀਡੈਂਸ ਹੈ ਪੇਸ਼ ਕੀਤੀ ਜਾਣੀ ਹੈ, ਤੇ ਉਸ ਨੂੰ ਖਤਮ ਕਰ ਦਿੰਦਾ ਹੈ, ਫਾੜ ਫੂੜ ਦਿੰਦਾ, ਪੇਜ ਕੱਢ ਦਿੰਦਾ ਵਿੱਚੋਂ ਕਿਸੇ ਬੁੱਕ ਦੇ ਵਿੱਚੋਂ।
ਕਿਸੇ ਫਾਈਲ ਦੇ ਵਿੱਚੋਂ ਜਾਂ ਰਿਕਾਰਡ ਦੇ ਵਿੱਚ ਕੋਈ ਜਾਂ ਕੰਪਿਊਟਰ ਦੇ ਵਿੱਚ ਉਸ ਨੂੰ ਡਿਲੀਟ ਕਰ ਦਿੰਦਾ ਹੈ, ਠੀਕ ਹੈ, ਤਾਂ ਐਸੇ ਵਿਅਕਤੀ ਨੂੰ ਜਿਹੜੀ ਸਜ਼ਾ ਹੈਗੀ ਹੈ 2 ਸਾਲ ਤੱਕ ਦੀ ਹੋ ਸਕਦੀ ਹੈ, ਜਾਂ ਫਾਈਨ ਵੀ ਹੋ ਸਕਦਾ ਹੈ, ਦੋਨੋਂ ਵੀ ਹੋ ਸਕਦੇ ਨੇ। 205 false personation for the purpose of act or proceeding in suit or prosecution. Whoever falsely personates another, ਕਿਸੇ ਦੂਜੇ ਵਿਅਕਤੀ ਨੂੰ ਕੁਝ ਹੋਰ ਸਾਬਤ ਕਰਨਾ, ਕਿਸੇ A ਨੂੰ ਤੇ B ਕਹਿ ਦੇਣਾ, ਵਿਅਕਤੀ A ਨਾਮ ਦਾ ਹੈਗਾ ਤੇ ਕਹਿ ਦੇਣਾ B ਨਾਮ ਦਾ ਵਿਅਕਤੀ ਹੈ, ਤਾਂ ਫਾਲਸਲੀ ਤੌਰ ਤੇ ਮਤਲਬ ਕਿਸੇ ਵਿਅਕਤੀ ਨੂੰ ਪਰਸੋਨੇਟ ਕਰਨਾ, ਜਾਣਬੁੱਝ ਕੇ ਸੋਹਣ ਸਿੰਘ ਨੂੰ ਮੋਹਨ ਸਿੰਘ ਦੱਸਣਾ, and in such assumed character makes any admission or statement, ਜਾਂ ਕੋਈ ਉਸ ਤੋਂ ਕੋਈ ਸਟੇਟਮੈਂਟ ਪੁੱਛੇਗੀ ਕੋਰਟ ਦੇ ਵਿੱਚ ਵੀ ਕੀ ਇਹ ਬੰਦਾ ਸੋਹਣ ਸਿੰਘ ਹੈ, ਕਹਿ ਦੇਣਾ ਨਹੀਂ ਇਹ ਤਾਂ ਮੋਹਨ ਸਿੰਘ ਹੈ, ਜਾਂ ਮੋਹਨ ਸਿੰਘ ਕਹਿ ਕੇ ਪੁੱਛਣਾ ਵੀ ਇਹ ਮੋਹਨ ਸਿੰਘ ਹੈ ਪਰ ਅਸਲ 'ਚ ਹੈਗਾ ਉਹ ਸੋਹਣ ਸਿੰਘ, ਐਡਮਿਟ ਕਰ ਲੈਣਾ ਵੀ ਹਾਂ ਇਹ ਮੋਹਨ ਸਿੰਘ ਹੈਗਾ, ਜਾਂ ਕਨਫੈਸ ਕਰਨਾ ਕਿਸੇ ਸਟੇਟਮੈਂਟ ਨੂੰ ਆਪਦੇ ਨੂੰ, ਜਾਣਬੁੱਝ ਕੇ ਪਤਾ ਹੋਣ ਦੇ ਬਾਵਜੂਦ ਵੀ ਇਹ ਗਲਤ ਸਟੇਟਮੈਂਟ ਮੈਂ ਦੇ ਰਿਹਾ, ਜਾਂ ਮੈਂ ਗਲਤ ਐਡਮਿਸ਼ਨ ਕਰ ਰਿਹਾ, ਜਾਂ ਗਲਤ ਕਨਫੈਸ਼ਨ ਕਰ ਰਿਹਾ, ਠੀਕ ਹੈ। ਕੋਈ ਵਿਅਕਤੀ ਐਸਾ ਹੈ ਕਿਸੇ ਵਿਅਕਤੀ ਨੂੰ ਹੋਰ ਦੀ ਥਾਂ ਤੇ ਹੋਰ ਸਾਬਤ ਕਰਨਾ ਚਾਹੁੰਦਾ ਕੋਰਟ ਦੇ ਵਿੱਚ ਤਾਂ ਕਿ ਸਜ਼ਾ ਉਸ ਨੂੰ ਹੋਵੇ ਜਾਂ ਦੂਜਾ ਬੰਦਾ ਬਚ ਸਕਦਾ ਹੋਵੇ, ਸ਼ੈਲ ਬੀ ਪੁਨਿਸ਼ਡ ਵਿਦ ਇੰਪ੍ਰਿਜ਼ਨਮੈਂਟ, ਤਾਂ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਐਸਾ ਵਿਅਕਤੀ ਜਿਹੜਾ ਫਾਲਸ ਪਰਸੋਨੇਸ਼ਨ ਕਰਦਾ ਹੈ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਨਾਲ ਹੀ ਫਾਈਨ ਹੋ ਸਕਦਾ ਹੈ, ਤੇ ਦੋਨੋਂ ਵੀ ਹੋ ਸਕਦੇ ਨੇ। 206 ਕੀ ਕਿਹਾ ਗਿਆ? fraudulent removal or concealment of the property to prevent its seizure as forfeited or in execution. Fraudulently removal or concealment of the property to prevent its seizure. मान लो किसी कोर्ट ने, क्रिमिनल कोर्ट ने किसी ਨੂੰ ਫਾਈਨ ਕੀਤਾ ਤਾਂ ਫਾਈਨ ਉਹ ਭਰਨਾ ਨਹੀਂ ਚਾਹੁੰਦਾ ਵਿਅਕਤੀ ਤੇ ਉਹਦੀ ਕੋਈ ਪ੍ਰਾਪਰਟੀ ਪਈ ਹੈ, ਉਸ ਪ੍ਰਾਪਰਟੀ ਨੂੰ ਜਾਣਬੁੱਝ ਕੇ ਫਰਾਡੂਲੈਂਟਲੀ ਰਿਮੂਵ ਕਰ ਦੇਣਾ, ਇੱਧਰ ਉੱਧਰ ਕਰ ਦੇਣਾ, ਤਾਂ ਕਿ ਉਹਨੂੰ ਪਤਾ ਵੀ ਜੀ ਮੇਰੀ ਪ੍ਰਾਪਰਟੀ ਹੈ ਇਹ ਫੋਰਫਿਟ ਹੋਏਗੀ, ਜ਼ਬਤ ਹੋਏਗੀ ਕੋਰਟ ਦੇ ਕਿਸੇ ਕੇਸ ਦੇ ਵਿੱਚ, ਜਾਂ ਕਿਸੇ ਕ੍ਰਿਮੀਨਲ ਕੋਰਟ ਨੇ ਕੋਈ ਫਾਈਨ ਕੀਤਾ ਹੋਵੇ ਉਸ ਕੇਸ ਦੇ ਵਿੱਚ, ਜਾਂ ਕਿਸੇ ਸਿਵਲ ਕੋਰਟ ਨੇ ਕੋਈ ਡਿਗਰੀ ਪਾਸ ਕੀਤੀ ਹੋਵੇ, ਕੋਈ ਆਰਡਰ ਪਾਸ ਕੀਤਾ ਹੋਵੇ, ਉਸ ਕੇਸ ਦੇ ਵਿੱਚ ਕੋਈ ਆਪਸ਼ਨ ਕਰਕੇ ਹੋਰ ਕਰਕੇ ਐਗਜ਼ੀਕਿਊਸ਼ਨ ਕਰਕੇ ਜਿਹੜੀ ਕਿਸੇ ਡਿਗਰੀ ਨੂੰ ਸੈਟੀਸਫਾਈ ਕਰਨ ਦੀ ਖਾਤਰ ਕੋਈ ਪ੍ਰਾਪਰਟੀ ਵੀ ਹੈ ਕਿਸੇ ਵਿਅਕਤੀ ਦੀ, ਠੀਕ ਹੈ, ਉਸ ਪ੍ਰਾਪਰਟੀ ਨੂੰ ਰਿਮੂਵ ਕਰ ਦੇਣਾ, ਕੰਸੀਲ ਕਰ ਲੈਣਾ, ਤਾਂ ਕਿ ਉਹ ਜ਼ਬਤ ਨਾ ਹੋ ਸਕੇ ਜਾਂ ਉਹਦੀ ਕੋਈ ਆਕਸ਼ਨ ਨਾ ਹੋ ਸਕੇ, ਠੀਕ ਹੈ। ਐਸਾ ਵਿਅਕਤੀ ਜਿਹਦੀ ਉਹ ਪ੍ਰਾਪਰਟੀ ਹੈ ਆਪਦੀ ਪ੍ਰਾਪਰਟੀ ਨੂੰ ਛਪਾਉਂਦਾ ਹੈਗਾ, ਸ਼ੈਲ ਬੀ ਪੁਨਿਸ਼ਡ, ਤਾਂ ਉਹਨੂੰ ਜਿਹੜੀ ਹੈਗੀ ਹੈ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਜੁਰਮਾਨਾ ਵੀ ਹੋ ਸਕਦਾ ਹੈ, ਤੇ ਦੋਨੋਂ ਵੀ ਹੋ ਸਕਦੇ ਨੇ। ਨੈਕਸਟ 207 ਹੈਗਾ fraudulent claim to the property to prevent its seizure as forfeited or in execution. ਕਿਸੇ A ਨਾਮ ਦੇ ਵਿਅਕਤੀ ਦੀ ਜਿਹੜੀ ਕੋਈ ਪ੍ਰਾਪਰਟੀ ਹੈ ਉਹਦੇ ਖਿਲਾਫ ਕੋਈ, ਉਸ A ਦੇ ਖਿਲਾਫ ਕੋਈ ਮੁਕੱਦਮਾ ਹੋ ਗਿਆ, ਜਾਂ ਉਹਦੇ ਖਿਲਾਫ ਕੋਈ ਉਹਨੂੰ ਕੋਈ ਕਨਵਿਕਸ਼ਨ ਹੋ ਗਈ, ਕਨਵਿਕਸ਼ਨ ਦੇ ਨਾਲ ਨਾਲ ਫਾਈਨ ਹੋ ਗਿਆ, ਠੀਕ ਹੈ। ਫਾਈਨ ਦੇ ਨਾਲ ਕੀ ਹੈਗਾ, A ਤੇ B ਦੀ ਮਿਲੀ ਭੁਗਤ ਹੈਗੀ ਹੈ ਵੀ ਫਾਈਨ ਨਹੀਂ ਭਰਨਾ ਉਸਨੇ, ਇਸ ਕਰਕੇ ਉਹਦੀ ਜਿਹੜੀ ਪ੍ਰਾਪਰਟੀ ਹੈ ਉਹ ਫੋਰਫਿਟ ਹੋ ਸਕਦੀ ਹੈ, ਜ਼ਬਤ ਹੋ ਸਕਦੀ ਹੈ। B ਨਾਂ ਦਾ ਕੋਈ ਵਿਅਕਤੀ ਹੈਗਾ ਫਰਾਡੂਲੈਂਟਲੀ ਕਲੇਮ ਕਰਦਾ ਹੈ ਜਾਣਬੁੱਝ ਕੇ ਇਹਦੇ ਨਾਲ ਮਿਲ ਕੇ ਵੀ ਹਾਂ, ਫਰਾਡੂਲੈਂਟ ਕਲੇਮ ਟੂ ਦਾ ਪ੍ਰਾਪਰਟੀ ਟੂ ਪ੍ਰੀਵੈਂਟ ਇਟਸ ਸੀਜ਼ਰ, ਕਿਉਂ ਕਲੇਮ ਕਰਦਾ ਹੈ ਵੀ ਇਹ ਜਿਹੜੀ ਪ੍ਰਾਪਰਟੀ ਇਹਦੀ ਜ਼ਬਤ ਹੋਣ ਤੋਂ ਬਚ ਜਾਵੇ, ਫੋਰਫਿਟ ਨਾ ਹੋ ਸਕੇ, ਜਾਂ ਇਹ ਐਗਜ਼ੀਕਿਊਸ਼ਨ ਦੇ ਵਿੱਚ ਇਹਦੀ ਕੋਈ ਬੋਲੀ ਨਾ ਹੋ ਸਕੇ, ਅਟੈਚਮੈਂਟ ਨਾ ਹੋ ਸਕੇ, ਠੀਕ ਹੈ। ਜਿਹੜਾ B ਨਾਂ ਦਾ ਵਿਅਕਤੀ ਹੈ, ਇਹਦੀ ਪ੍ਰਾਪਰਟੀ ਹੈ, B ਨਾਂ ਦਾ ਵਿਅਕਤੀ ਜਾਣਬੁੱਝ ਕੇ ਕੋਈ ਕਲੇਮ ਕਰਦਾ, ਉਹਦੇ ਨਾਲ ਕੋਈ ਐਗਰੀਮੈਂਟ ਕਰ ਲੈਂਦਾ ਐਸਾ ਵੈਸਾ ਵੀ ਹਾਂ ਮੈਂ ਇਹਦੇ ਪੈਸੇ ਦੇਣੇ ਸੀ, ਇੰਨੇ ਪੈਸੇ ਮੈਂ ਤੋਂ ਲਏ ਹੈਗੇ ਆ, ਉਦੋਂ ਤੱਕ ਮੈਂ ਜਦੋਂ ਤੱਕ ਪੇ ਨਹੀਂ ਕਰਾਂਗਾ ਤਾਂ ਇਹ ਮੇਰੀ ਪ੍ਰਾਪਰਟੀ ਲੈਣ ਦਾ ਹੱਕਦਾਰ ਹੋਏਗਾ, ਠੀਕ ਹੈ। ਇੱਦਾਂ ਦਾ ਫਾਲਸ ਕਲੇਮ ਕਰਦਾ ਹੈ, ਜਾਣਬੁੱਝ ਕੇ ਪ੍ਰਪੇਅਰ ਕਰ ਲੈਂਦਾ ਕੋਈ ਕਲੇਮ। ਜਿਹੜਾ ਐਸਾ ਵਿਅਕਤੀ ਹੈਗਾ ਜਿਹੜਾ ਕਲੇਮ ਕਰਦਾ ਜਾਣਬੁੱਝ ਕੇ ਗਲਤ ਕਲੇਮ ਕਰਦਾ ਹੈਗਾ, ਪਰ ਲੈਣਾ ਦੇਣਾ ਉਹਨੇ ਕੁਝ ਨਹੀਂ ਹੁੰਦਾ, ਠੀਕ ਹੈ। ਜਿਵੇਂ ਤੁਸੀਂ ਅਕਸਰ ਦੇਖਦੇ ਹਾਂ ਆਪਾਂ ਪ੍ਰੈਕਟੀਕਲ ਲਾਈਫ ਦੇ ਵਿੱਚ, ਜਦੋਂ ਕਿਸੇ ਦੀ ਪ੍ਰਾਪਰਟੀ ਮਤਲਬ ਕਿ ਕਿਸੇ ਨੇ ਕਿਸੇ ਦੇ ਖਿਲਾਫ ਕੋਈ ਡਿਗਰੀ ਪਾਸ ਹੋਈ ਹੁੰਦੀ ਹੈ, ਡਿਗਰੀ ਪਾਸ ਹੋਣ ਦੇ ਨਾਲ ਵੀ ਪ੍ਰਾਪਰਟੀ ਮੇਰੀ ਜ਼ਬਤ ਨਾ ਹੋ ਜੇ, ਹੋ ਨਾ ਹੋ ਜੇ, ਤਾਂ ਕਿਸੇ ਵਿਅਕਤੀ ਨਾਲ ਥਰਡ ਪਰਸਨ ਨਾਲ ਕੋਈ ਐਗਰੀਮੈਂਟ ਕਰ ਲਿਆ ਜਾਂਦਾ ਹੈ ਵੀ ਇਹ ਪ੍ਰਾਪਰਟੀ ਤਾਂ ਮੈਂ ਉਹਨੂੰ ਸੇਲ ਕਰ ਦਿੱਤੀ ਜੀ, ਐਗਰੀਮੈਂਟ ਕਰ ਲਿਆ, ਬਿਆਨਾ ਕਰ ਲਿਆ, ਮੈਂ ਇਹ ਤਾਂ ਸੇਲ ਕਰ ਦਿੱਤੀ ਹੈ ਪ੍ਰਾਪਰਟੀ, ਠੀਕ ਹੈ। ਜਾਣਬੁੱਝ ਕੇ ਗਲਤ ਬਿਆਨਾ ਕੀਤਾ ਹੈਗਾ ਤਾਂ ਉਹਦਾ ਕਲੇਮ ਬਣ ਗਿਆ ਜਿਹਦੇ ਹੱਕ 'ਚ ਬਿਆਨਾ ਕੀਤਾ ਹੈ,
ਪਰ ਜਦੋਂ ਇਹ ਪਤਾ ਲੱਗ ਜਾਏ ਵੀ ਹਾਂ ਵੈਰੀਫਿਕੇਸ਼ਨ ਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਵੀ ਇਹ ਸਾਰਾ ਜਿਹੜਾ ਐਗਰੀਮੈਂਟ ਵਗੈਰਾ ਕੀਤਾ ਹੈਗਾ ਇਹ ਜਾਣਬੁੱਝ ਕੇ ਕੀਤਾ ਹੈ, ਪ੍ਰੋਪਰਟੀ ਨੂੰ ਬਚਾਉਣ ਦੀ ਖਾਤਰ ਕੀਤਾ ਹੈਗਾ, ਇਹਦੀ ਹੈਲਪ ਕਰਨ ਦੀ ਖਾਤਰ ਕੀਤਾ ਹੈਗਾ, ਤਾਂ ਜਿਹੜਾ B ਨਾਂ ਦਾ ਵਿਅਕਤੀ ਹੈ ਜਿਹੜਾ ਗਲਤ ਕਲੇਮ ਕਰਦਾ, ਝੂਠਾ ਕਲੇਮ ਕਰਦਾ ਹੈਗਾ, ਤਾਂ ਉਸ ਨੂੰ ਵੀ ਜਿਹੜੀ ਸਜ਼ਾ ਹੋ ਸਕਦੀ ਹੈ ਉਹ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਨਾਲ ਹੀ ਫਾਈਨ ਹੋ ਸਕਦਾ ਹੈ, ਦੋਨੋਂ ਵੀ ਹੋ ਸਕਦੇ ਹਨ। ਨੈਕਸਟ ਹੈ ਸੈਕਸ਼ਨ 208। 208 ਚ ਕੀ ਕਿਹਾ ਗਿਆ ਹੈਗਾ? ਫਰਾਡੂਲੈਂਟਲੀ ਸਫਰਿੰਗ ਡਿਗਰੀ for sum not due. Whoever fraudulently causes or suffers a decree or order to be passed against him at the suit of any person। देखो बहुत इंपॉर्टेंट हैगा, प्रैक्टिकल ਦੇ ਵਿੱਚ ਵੀ ਕਦੇ-ਕਦੇ ਯੂਟਿਲਾਈਜ਼ ਹੁੰਦਾ ਇਹ ਜਿਹੜਾ ਸੈਕਸ਼ਨ ਹੈ। ਆਪਣੇ ਹੀ ਖਿਲਾਫ ਕੋਈ ਡਿਗਰੀ ਪਾਸ ਕਰਵਾ ਲੈਣਾ। ਪਤਾ ਕਿਸੇ ਵਿਅਕਤੀ ਨੂੰ ਇਹ ਨਾਂ ਦਾ ਕੋਈ ਵਿਅਕਤੀ ਹੈਗਾ, ਉਹਨੂੰ ਪਤਾ ਵੀ ਮੇਰੇ ਖਿਲਾਫ ਕੋਈ ਡਿਗਰੀ ਪਾਸ, ਮੇਰੇ ਖਿਲਾਫ ਕੋਈ ਆਰਡਰ ਹੋ ਰਿਹਾ ਕਿਸੇ ਕੋਰਟ ਵੱਲੋਂ, ਕੋਰਟ ਆਫ ਜਸਟਿਸ ਵੱਲੋਂ ਕੋਈ ਮੇਰੇ ਖਿਲਾਫ ਕੋਈ ਕਨਵਿਕਸ਼ਨ ਹੋਈ ਹੈ, ਮੈਨੂੰ ਕਨਵਿਕਸ਼ਨ ਦੇ ਨਾਲ ਨਾਲ ਮੈਨੂੰ ਫਾਈਨ ਹੋਇਆ, ਫਾਈਨ ਦੇ ਨਾਲ ਨਾਲ ਕੀ ਹੈਗਾ ਜਿਹੜੀ ਮੇਰੀ ਪ੍ਰਾਪਰਟੀ ਹੈ ਉਹ ਜ਼ਬਤ ਹੋ ਜਾਣੀ ਹੈ, ਜਾਂ ਆਲਰੇਡੀ ਕੋਈ ਉਹਦੇ ਖਿਲਾਫ ਕਿਸੇ ਵਿਅਕਤੀ ਨੇ ਕੋਈ ਡਿਗਰੀ ਪਾਸ ਕਰਵਾਈ ਵੀ ਹੈ, ਡਿਗਰੀ ਦੇ ਵਿੱਚ ਜਿਹੜੀ ਐਗਜ਼ੀਕਿਊਸ਼ਨ ਹੈ, ਜਿਹੜੀ ਜਦੋਂ ਡਿਗਰੀ ਨੂੰ ਐਗਜ਼ਾਇਕ ਕਰਵਾਉਣਾ ਹੈ, ਡਿਗਰੀ ਦੀ ਐਗਜ਼ੀਕਿਊਸ਼ਨ ਹੋਣੀ ਹੈ, ਉਸ ਡਿਗਰੀ ਦੇ ਵਿੱਚ ਕੀ ਹੈਗਾ ਉਸ ਵਿਅਕਤੀ ਦੀ ਜਿਹੜੀ ਪ੍ਰਾਪਰਟੀ ਹੈ ਉਹਦੀ ਆਕਸ਼ਨ ਹੋ ਜਾਣੀ ਹੈ। ਠੀਕ ਹੈ, ਆਕਸ਼ਨ ਹੋ ਕੇ ਪ੍ਰਾਪਰਟੀ ਕਿਸੇ ਨੇ ਖਰੀਦ ਲੈਣੀ ਹੈ। ਇਹ ਸਾਰੀ ਕਾਰਵਾਈ ਨੂੰ ਰੋਕਣ ਦੀ ਖਾਤਰ, ਬਚਾਉਣ ਦੀ ਖਾਤਰ ਕੋਈ ਵਿਅਕਤੀ ਜਿਹੜਾ A ਨਾਮ ਦਾ ਵਿਅਕਤੀ ਹੈ ਕਿਸੇ C ਨਾਮ ਦੇ ਵਿਅਕਤੀ ਨਾਲ ਮਿਲ ਕੇ, ਠੀਕ ਹੈ, ਕੋਈ ਡਾਕੂਮੈਂਟ ਕ੍ਰੀਏਟ ਕਰਕੇ ਉਹ ਤੋਂ ਦਾਅਵਾ ਪਵਾਉਂਦਾ ਕੋਰਟ ਦੇ ਵਿੱਚ ਆਪਦੇ ਖਿਲਾਫ, ਆਪਣੇ ਹੀ ਖਿਲਾਫ ਆਪਦੇ ਹੀ ਵਿਅਕਤੀ ਤੋਂ ਕੋਈ ਦਾਅਵਾ ਪਵਾ ਕੇ ਤੇ ਉੱਥੇ ਐਡਮਿਸ਼ਨ ਦੇ ਕੇ ਜਿਹੜੀ ਡਿਗਰੀ ਪਾਸ ਕਰਵਾਉਂਦਾ ਉਸ ਵਿਅਕਤੀ ਦੇ ਹੱਕ ਦੇ ਵਿੱਚ, C ਨਾਮ ਦੇ ਵਿਅਕਤੀ ਦੇ ਹੱਕ ਦੇ ਵਿੱਚ। ਠੀਕ ਹੈ, ਤਾਂ ਕਿ ਜਿਹੜਾ B ਨਾਮ ਦਾ ਵਿਅਕਤੀ ਹੈ ਉਹ ਪ੍ਰਾਪਰਟੀ ਨੂੰ ਸੇਲ ਨਾ ਕਰਵਾ ਪਾਵੇ ਜਾਂ ਅਦਾਲਤ ਜਿਹੜੀ ਹੈਗੀ ਹੈ ਉਸ ਦੀ ਪ੍ਰਾਪਰਟੀ ਨੂੰ ਜ਼ਬਤ ਨਾ ਕਰ ਪਾਵੇ। C ਦੇ ਹੱਕ ਵਿੱਚ ਕੋਈ ਡਿਗਰੀ ਪਾਸ ਕਰਵਾ ਦਿੰਦਾ ਹੈ ਜਾਣਬੁੱਝ ਕੇ, ਵਿਦ ਮੈਲਾਫਾਈਡ ਇੰਟੈਂਸ਼ਨ, ਵਿਦ ਫਰਾਡੂਲੈਂਟ, ਝੂਠੇ ਕਾਗਜ਼ ਪੱਤਰ ਤਿਆਰ ਕਰਕੇ C ਤੋਂ ਦਾਅਵਾ ਪਾ ਕੇ C ਦੇ ਹੱਕ ਵਿੱਚ ਕੋਈ ਡਿਗਰੀ ਪਾਸ ਕਰਵਾ ਦਿੰਦਾ ਹੈ। ਤਾਂ ਐਸਾ ਵਿਅਕਤੀ shall be punished with imprisonment for a term of 2 years or with fine or with both। ਐਸੇ ਵਿਅਕਤੀ ਨੂੰ ਜਿਹੜਾ ਆਪਦੇ ਹੀ ਖਿਲਾਫ ਕੋਈ ਗਲਤ ਡਿਗਰੀ ਪਾਸ ਕਰਵਾ ਲਵੇ ਜਾਣਬੁੱਝ ਕੇ ਆਪਣੀ ਪ੍ਰਾਪਰਟੀ ਨੂੰ ਬਚਾਉਣ ਦੀ ਖਾਤਰ ਕਿਸੇ ਦੂਜੇ ਬੰਦੇ ਤੋਂ, ਤਾਂ ਉਹ ਜਿਹੜੀ ਹੈਗੀ ਹੈ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਨਾਲ ਹੀ ਫਾਈਨ ਹੋ ਸਕਦਾ ਹੈ ਤੇ ਦੋਨੋਂ ਵੀ ਹੋ ਸਕਦੇ ਨੇ। ਨੈਕਸਟ ਸੈਕਸ਼ਨ 209, dishonestly making false claim in the court। dishonestly making false claim in the court, ਕੋਰਟ ਦੇ ਵਿੱਚ ਜਾ ਕੇ ਕੋਈ ਜਾਣਬੁੱਝ ਕੇ ਗਲਤ ਕਲੇਮ ਕਰਦਾ ਹੈ, whoever fraudulently or dishonestly or with intent to injure or annoy any person, ਕਿਸੇ ਹੋਰ ਵਿਅਕਤੀ ਦਾ ਨੁਕਸਾਨ ਕਰਨ ਦੀ ਖਾਤਰ false claim ਕਰਦਾ ਹੈ, makes in a court of justice any claim which he knows to be false। ਪਤਾ ਵੀ ਮੇਰਾ ਕਲੇਮ ਗਲਤ ਹੈਗਾ ਫਿਰ ਵੀ ਦੂਜੇ ਬੰਦੇ ਦਾ ਨੁਕਸਾਨ ਕਰਨ ਦੀ ਖਾਤਰ false claim ਕਰਦਾ ਹੈਗਾ, ਤਾਂ ਐਸਾ ਵਿਅਕਤੀ ਜਿਹੜਾ false claim ਕਰਦਾ ਕਿਸੇ ਕੋਰਟ ਵਿੱਚ ਜਾ ਕੇ ਤਾਂ ਉਸ ਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਫਾਈਨ ਵੀ ਹੋ ਸਕਦਾ ਹੈ। Next section 210, fraudulently obtaining decree for sum not due। fraudulently obtaining degree for sum not due, ਕੋਈ ਐਸੀ ਅਮਾਉਂਟ ਦੀ ਕੋਈ ਡਿਗਰੀ ਪਾਸ ਕਰਵਾ ਲੈਣਾ ਜਿਹੜਾ ਡਿਊ ਨਾ ਹੋਵੇ, ਜਾਂ ਜਿੰਨਾ ਡਿਊ ਹੋਵੇ ਉਸ ਤੋਂ ਜ਼ਿਆਦਾ ਡਿਗਰੀ ਪਾਸ ਕਰਵਾ ਲੈਣਾ ਹੇਰਾਫੇਰੀ ਦੇ ਨਾਲ। obtaining fraudulently obtaining degree for sum not due, ਮੰਨ ਲਓ ਕੋਈ A ਵਿਅਕਤੀ ਹੈਗਾ, ਦੂਜੇ ਪਾਸੇ B ਵਿਅਕਤੀ ਹੈਗਾ, ਜਿਹੜਾ B ਨਾਮ ਦਾ ਵਿਅਕਤੀ ਹੈਗਾ ਉਹਨੇ A ਤੋਂ ਲੈਣਾ ਤਾਂ ਕੁਝ ਹੈ ਨਹੀਂ, ਪਰ ਇਹਦੇ ਖਿਲਾਫ ਕੋਈ ਡਿਗਰੀ ਲੈ ਲੈਂਦਾ ਹੈ ਲੱਖ ਰੁਪਏ ਦੀ। ਠੀਕ ਹੈ, whoever fraudulently obtains a degree or order against, ਉਹਦੀ ਮੈਲਾਫਾਈਡ ਇੰਟੈਂਸ਼ਨ ਨਹੀਂ ਹੈਗੀ A ਦੀ ਇਹਦੇ ਵਿੱਚ ਮਿਲੀ ਹੋਈ, B ਜਾਣਬੁੱਝ ਕੇ ਗਲਤ ਤਰੀਕੇ ਦੇ ਨਾਲ ਝੂਠੇ ਕਾਗਜ਼ ਤਿਆਰ ਕਰਕੇ fraudulently obtains a degree or order, ਜਾਂ ਕੋਈ ਡਿਗਰੀ ਲੈ ਲੈਂਦਾ ਜਾਂ ਕੋਈ ਆਰਡਰ ਲੈ ਲੈਂਦਾ against any person for a sum not due or for a large sum then is due, ਜਾਂ ਤਾਂ ਉਹਦੇ ਖਿਲਾਫ ਉਹਨੇ ਕੋਈ ਪੈਸਾ ਨਹੀਂ ਸੀ ਲੈਣਾ, ਲੱਖ ਰੁਪਏ ਦੀ ਡਿਗਰੀ ਲੈ ਲਈ, ਜਾਂ ਦੇਣਾ ਲੈਣਾ ਸਿਰਫ 50,000 ਸੀ, ਡਿਗਰੀ ਫਿਰ ਵੀ ਲੱਖ ਰੁਪਏ ਦੀ ਲੈ ਲਈ। ਠੀਕ ਹੈ, ਲਾਰਜਰ ਸਮ ਦੀ ਡਿਗਰੀ ਲੈ ਲਈ,
or for any property or interest in the property to which he is not entitled, ਉਹਦੀ ਕੋਈ ਪ੍ਰਾਪਰਟੀ ਹੈ ਜਿਹਦੀ ਉਹਦੀ ਕੋਈ ਇੰਟਾਈਟਲਮੈਂਟ ਨਹੀਂ ਬਣਦੀ ਹੈਗੀ, ਫਰਾਡੂਲੈਂਟਲੀ ਕਾਜ਼ਸ ਅ ਡਿਗਰੀ ਪਾਸ ਕਰਵਾ ਲੈਂਦਾ ਕੋਈ ਵਿਅਕਤੀ, ਕਿਸੇ ਏ ਨਾਂ ਦੇ ਪਰਸਨ ਹੈਗਾ, ਉਹਦੀ ਕੋਈ ਪ੍ਰਾਪਰਟੀ ਹੈ ਜਾਂ ਉਹਦੇ ਖਿਲਾਫ ਕੋਈ ਡਿਗਰੀ ਲੈ ਲੈਂਦਾ ਹੈ, ਪੈਸਾ ਦੀ ਡਿਗਰੀ ਲੈ ਲੈਂਦਾ, ਜਾਂ ਉਹਦੀ ਪ੍ਰਾਪਰਟੀ ਦੇ ਅਗੇਂਸਟ ਡਿਗਰੀ ਲੈ ਲੈਂਦਾ ਹੈ, ਉਹਦੀ ਪ੍ਰਾਪਰਟੀ ਨੂੰ ਅਟੈਚ ਕਰਾਉਣ ਦੀ ਖਾਤਰ, ਬੋਲੀ ਕਰਾਉਣ ਦੀ ਖਾਤਰ, ਠੀਕ ਹੈ। ਤਾਂ ਐਸਾ ਵਿਅਕਤੀ ਜਿਹੜਾ ਬੀ ਨਾਂ ਦਾ ਵਿਅਕਤੀ ਹੈ, ਇਹਦੇ ਖਿਲਾਫ ਕੋਈ ਝੂਠੀ ਡਿਗਰੀ ਲੈਂਦਾ ਹੈਗਾ ਤਾਂ ਪਨਿਸ਼ਡ ਵਿਦ ਇੰਪ੍ਰਿਜ਼ਨਮੈਂਟ, ਤਾਂ ਜਿਹੜੀ ਉਹਨੂੰ ਹੈਗੀ ਆ 2 ਸਾਲ ਤੱਕ ਦੀ ਸਜ਼ਾ ਜਾਂ ਫਾਈਨ ਜਾਂ ਦੋਨੋਂ ਹੋ ਸਕਦੇ ਨੇ। ਇੱਥੇ ਏ ਤੇ ਬੀ ਦੀ ਕੋਈ ਮਿਲੀ ਭੁਗਤ ਨਹੀਂ ਹੈ, ਬੀ ਜਾਣਬੁੱਝ ਕੇ ਗਲਤ ਤਿਆਰ ਕਰਕੇ ਇਹਦੇ ਖਿਲਾਫ ਕੋਈ ਡਿਗਰੀ ਲੈ ਲੈਂਦਾ ਹੈ ਵੱਧ ਅਮਾਊਂਟ ਦੀ, ਜਾਂ ਫਿਰ ਬਿਲਕੁਲ ਵੀ ਅਮਾਊਂਟ ਡਿਊ ਨਹੀਂ ਹੈਗੀ, ਉਸ ਅਮਾਊਂਟ ਦੀ ਡਿਗਰੀ ਲੈ ਲੈਂਦਾ। Section 211 false charge of offence made with intent to injure, false charge ਕ੍ਰੀਏਟ ਕਰਨਾ ਕਿਸੇ ਵਿਅਕਤੀ ਦੇ ਖਿਲਾਫ। ਜਿਵੇਂ ਚਾਰਜ ਕੌਣ ਕ੍ਰੀਏਟ ਕਰਦੇ ਨੇ? ਪੁਲਿਸ ਆਫੀਸਰਸ ਕਿਸੇ ਵਿਅਕਤੀ ਦੇ ਖਿਲਾਫ ਕਿਸੇ offense ਦਾ ਜਿਹੜਾ ਹੈਗਾ ਚਾਰਜ ਬਣਾ ਦੇਣਾ ਝੂਠਾ, ਉਹਨੇ ਕੋਈ offense ਕਮਿਟ ਨਾ ਕੀਤਾ ਹੋਵੇ, ਠੀਕ ਹੈ, ਪਰ ਫਿਰ ਵੀ ਉਹਦੇ ਖਿਲਾਫ ਪਰਚਾ ਗਲਤ ਦਰਜ ਕਰ ਦੇਣਾ ਜਾਣਬੁੱਝ ਕੇ ਪਤਾ ਹੋਣ ਦੇ ਬਾਵਜੂਦ, ਵਿਦ ਇੰਟੈਂਟ ਟੂ ਇੰਜਰ, ਦੂਜੇ ਵਿਅਕਤੀ ਨੂੰ ਨੁਕਸਾਨ ਕਰਨ ਦੀ ਖਾਤਰ ਜਾਣਬੁੱਝਦੇ ਹੋਏ ਪਤਾ ਹੋਣ ਦੇ ਬਾਵਜੂਦ, ਠੀਕ ਹੈ, ਇਸ ਦੇ ਖਿਲਾਫ ਜਿਹੜਾ ਕ੍ਰਿਮੀਨਲ ਪ੍ਰੋਸੀਡਿੰਗ ਦਾ ਜਿਹੜਾ ਪਰਚਾ ਹੈਗਾ ਚਾਰਜ ਕ੍ਰੀਏਟ ਕਰ ਦੇਣਾ। whoever with intent to cause injury to any person institutes or causes to be instituted any criminal proceeding against that person, ਕੋਈ ਕ੍ਰਿਮੀਨਲ ਕਾਰਵਾਈ ਕਰ ਦੇਣਾ ਕਿਸੇ ਵਿਅਕਤੀ ਦੇ ਖਿਲਾਫ ਜਾਣਬੁੱਝ ਕੇ, ਠੀਕ ਹੈ, ਬੰਦਾ ਸਹੀ ਵਿਅਕਤੀ ਸਹੀ ਹੈਗਾ, ਉਹਦੇ ਖਿਲਾਫ ਕੋਈ ਕ੍ਰਿਮੀਨਲ ਪ੍ਰੋਸੀਡਿੰਗ ਨਹੀਂ ਬਣਦੀ, ਪਰ ਫਿਰ ਵੀ ਪ੍ਰੋਸੀਡਿੰਗ ਸਟਾਰਟ ਕਰ ਦੇਣਾ ਜਾਂ ਫਿਰ ਚਾਰਜ ਗਲਤ ਕ੍ਰੀਏਟ ਕਰ ਦੇਣਾ, ਕੋਈ ਪਰਚਾ ਦਰਜ ਕਰ ਦੇਣਾ, ਤਾਂ ਐਸਾ ਵਿਅਕਤੀ ਜਿਹੜਾ ਗਲਤ ਚਾਰਜ ਕ੍ਰੀਏਟ ਕਰਦਾ ਕਿਸੇ ਇਨੋਸੈਂਟ ਪਰਸਨ ਦੇ ਖਿਲਾਫ, ਠੀਕ ਹੈ, ਸ਼ੈਲ ਬੀ ਪਨਿਸ਼ਡ ਵਿਦ ਇੰਪ੍ਰਿਜ਼ਨਮੈਂਟ 2 year ਵਿਦ ਫਾਈਨ ਔਰ ਬੋਥ, ਠੀਕ ਹੈ, 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਐਸੇ ਵਿਅਕਤੀ ਨੂੰ ਜਿਹੜਾ ਜਾਣਬੁੱਝ ਕੇ ਕਿਸੇ ਖਿਲਾਫ ਗਲਤ ਚਾਰਜ ਕਲੇਮ ਕਰਦਾ ਹੈ। ਜਾਂ ਫਿਰ ਅੱਗੇ ਜਾ ਕੇ ਹੋਰ ਕਲੈਰੀਫਾਈ ਕੀਤਾ ਹੈਗਾ, ਐਂਡ ਇਫ ਸਚ ਕ੍ਰਿਮੀਨਲ ਪ੍ਰੋਸੀਡਿੰਗ, ਜੇ ਕ੍ਰਿਮੀਨਲ ਪ੍ਰੋਸੀਡਿੰਗ ਇੱਦਾਂ ਦੀ ਹੈਗੀ ਹੈ, ਕਿਹੜਾ ਚਾਰਜ ਹੈ? ਫਾਲਸ ਚਾਰਜ ਹੈ ਆਫ ਅਫੈਂਸ punishable with death, imprisonment for life or imprisonment for 7 years। ਜੇ ਕੋਈ ਐਸਾ ਚਾਰਜ ਕਿਸੇ ਵਿਅਕਤੀ ਦੇ ਖਿਲਾਫ ਕ੍ਰੀਏਟ ਕਰ ਦਿੰਦਾ ਹੈ, ਕੋਈ ਆਫੀਸਰ ਜਾਂ ਕੋਈ ਵਿਅਕਤੀ ਕਿਸੇ ਇਨੋਸੈਂਟ ਪਰਸਨ ਦੇ ਖਿਲਾਫ, ਜਿਸ ਜੁਰਮ ਦੀ ਸਜ਼ਾ ਉਹਨੂੰ ਮੌਤ ਹੋ ਸਕਦੀ ਹੋਵੇ ਜਾਂ ਫਿਰ ਉਮਰ ਕੈਦ ਵੀ ਹੋ ਸਕਦੀ ਹੋਵੇ ਜਾਂ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੋਵੇ ਜਾਂ 7 ਸਾਲ ਤੋਂ ਵੱਧ ਸਜ਼ਾ ਹੋ ਸਕਦੀ ਹੋਵੇ, ਠੀਕ ਹੈ, ਐਸਾ ਝੂਠਾ ਚਾਰਜ ਕਿਸੇ ਦੇ ਖਿਲਾਫ ਬਣਾਉਣਾ, ਤਾਂ ਜਿਹੜਾ ਝੂਠਾ ਚਾਰਜ ਬਣਾਉਂਦਾ ਹੈ, ਠੀਕ ਹੈ, ਝੂਠੀ ਕਾਰਵਾਈ ਪ੍ਰੋਸੀਡਿੰਗ ਸਟਾਰਟ ਕਰਦਾ ਹੈ ਕਿਸੇ ਵਿਅਕਤੀ ਦੇ ਖਿਲਾਫ, ਤਾਂ ਉਹਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਫਾਈਨ ਵੀ ਹੋ ਸਕਦਾ ਹੈ ਤੇ ਦੋਨੋਂ ਵੀ ਹੋ ਸਕਦੇ ਨੇ। ਨੈਕਸਟ ਹੈ ਸੈਕਸ਼ਨ 212 ਹਾਰਬਰਿੰਗ ਅਫੈਂਡਰ। ਹਾਰਬਰਿੰਗ ਅਫੈਂਡਰ, ਅਫੈਂਡਰ ਕੌਣ ਹੁੰਦਾ ਹੈ? ਜਿਸ ਨੇ ਜੁਰਮ ਕੀਤਾ ਹੋਵੇ ਕੋਈ, ਠੀਕ ਹੈ, ਹਾਰਬਰਿੰਗ ਅਫੈਂਡਰ, ਉਸ ਨੂੰ ਪਨਾਹ ਦੇਣਾ, ਕਿਸੇ ਮੁਜਰਮ ਨੂੰ ਪਨਾਹ ਦੇਣਾ। whenever an offence has been committed, ਕੋਈ offence commit ਕੀਤਾ ਗਿਆ ਕਿਸੇ ਵਿਅਕਤੀ ਵੱਲੋਂ, whoever harbors or conceals a person, ਉਸ ਵਿਅਕਤੀ ਨੂੰ ਜਿਹੜਾ ਅਫੈਂਡਰ ਹੈਗਾ ਉਸ ਨੂੰ ਪਨਾਹ ਦੇਣਾ ਜਾਂ ਉਸ ਨੂੰ ਛੁਪਾ ਕੇ ਰੱਖਣਾ, ਠੀਕ ਹੈ, ਜਾਂ ਉਹਨੂੰ ਛੁਪ ਕੇ ਲੰਘਣ ਦੇਣ ਦੀ ਆਗਿਆ ਦੇਣਾ, ਛੁਪਾਣਾ ਲੰਘਾਉਣਾ, ਤਾਂ ਕਿ ਕੀ ਹੋਵੇ, ਤਾਂ ਕਿ ਉਹ ਜਿਹੜਾ ਵਿਅਕਤੀ ਹੈਗਾ ਲੀਗਲ ਪਨਿਸ਼ਮੈਂਟ ਜਿਹੜੀ ਉਹਨੂੰ ਹੋਣੀ ਹੈਗੀ, ਲੀਗਲ ਪ੍ਰੋਸੀਡਿੰਗ ਪਨਿਸ਼ਮੈਂਟ ਹੋਣੀ ਹੈ ਉਸ ਤੋਂ ਬਚਾਉਣ ਦੀ ਖਾਤਰ, ਔਰ ਹੈਜ਼ ਰੀਜ਼ਨ ਟੂ ਬਲੀਵ ਟੂ ਬੀ ਦਾ ਅਫੈਂਡਰ ਵਿਦ ਇੰਟੈਂਸ਼ਨ ਆਫ ਸਕਰੀਨਿੰਗ ਹਿਮ ਫਰੋਮ ਲੀਗਲ ਪਨਿਸ਼ਮੈਂਟ, ਤਾਂ ਕਿ ਉਹ ਜਿਹੜੀ ਉਹਦੇ ਖਿਲਾਫ ਹੈ ਕੋਈ ਕਾਨੂੰਨੀ ਕਾਰਵਾਈ ਨਾ ਹੋ ਸਕੇ। ਇਸ ਕਰਕੇ ਇਦਾਂ ਦੇ ਕਿਸੇ ਵਿਅਕਤੀ ਨੂੰ ਜਿਹੜਾ ਅਫੈਂਡਰ ਹੈਗਾ ਉਸ ਨੂੰ ਛੁਪਾਉਣਾ ਜਾਂ ਉਸ ਨੂੰ ਪਨਾਹ ਦੇਣੀ, ਠੀਕ ਹੈ, ਤਾਂ ਸਜ਼ਾ ਕੀ ਹੋਏਗੀ ਐਸੇ ਵਿਅਕਤੀ ਨੂੰ ਜਿਹੜਾ ਪਨਾਹ ਦਿੰਦਾ ਕਿਸੇ ਦੂਜੇ ਬੰਦੇ ਨੂੰ? ਉਹਨੇ ਆਪ ਹੋਰ ਤਾਂ ਅਫੈਂਸ ਕਮਿਟ ਨਹੀਂ ਕੀਤਾ, ਪਰ ਉਹਨੇ ਪਨਾਹ ਦੇਣ ਦਾ ਅਫੈਂਸ ਕਮਿਟ ਕੀਤਾ ਹੈਗਾ, ਕਿਸੇ ਅਫੈਂਡਰ ਨੂੰ, ਕਿਸੇ ਮੁਜਰਮ ਨੂੰ ਛੁਪਾਇਆ ਹੈਗਾ ਤਾਂ ਕਿ ਉਹਦੇ ਖਿਲਾਫ ਕਾਰਵਾਈ ਨਾ ਹੋ ਸਕੇ। ਜੇਕਰ ਜਿਹੜਾ ਮੁਜਰਮ ਹੈਗਾ ਉਸ ਨੂੰ ਉਹਨੇ ਐਸਾ ਅਫੈਂਸ ਕੀਤਾ ਜਿਹਦੇ ਵਿੱਚ ਉਹਨੂੰ ਮੌਤ ਦੀ ਸਜ਼ਾ ਹੋ ਸਕਦੀ ਹੋਵੇ, ਠੀਕ ਹੈ, ਪਹਿਲੇ ਦੇ ਵਿੱਚ ਕਿਹਾ ਹੈਗਾ ਕੈਪੀਟਲ ਅਫੈਂਸ। ਕੈਪੀਟਲ ਅਫੈਂਸ ਮਤਲਬ ਸਭ ਤੋਂ ਵੱਡੀ ਸਜ਼ਾ, ਸਭ ਤੋਂ ਵੱਡੀ ਸਜ਼ਾ ਕਿਹੜੀ ਹੁੰਦੀ ਹੈ? ਮੌਤ ਦੀ ਸਜ਼ਾ। ਜੇਕਰ ਉਹਨੇ ਐਸਾ ਅਫੈਂਸ ਕਮਿਟ ਕੀਤਾ ਹੈ ਜਿਹਦੇ ਵਿੱਚ ਉਹਨੂੰ ਮੌਤ ਦੀ ਸਜ਼ਾ ਹੋ ਸਕਦੀ ਹੋਵੇ, ਤਾਂ ਐਸਾ ਵਿਅਕਤੀ ਜਿਹੜਾ ਹਾਰਬਰਿੰਗ ਕਰਦਾ ਹੈ, ਮੁਜਰਮ ਨੂੰ ਛੁਪਾਉਂਦਾ ਹੈ, ਤਾਂ 5 ਸਾਲ ਤੱਕ ਦੀ ਉਹਨੂੰ ਸਜ਼ਾ ਹੋ ਸਕਦੀ ਹੈ, ਐਂਡ ਸ਼ੈਲ ਆਲਸੋ ਬੀ ਲਾਇਬਲ ਟੂ ਫਾਈਨ, ਦੇ ਨਾਲ ਹੀ ਜੁਰਮਾਨਾ ਵੀ ਹੋ ਸਕਦਾ ਹੈਗਾ।
और दूजे पैरे 'ਚ ਕੀ ਕਿਹਾ ਗਿਆ, ਜੇਕਰ ਉਹ ਜਿਹੜਾ ਅਫੈਂਡਰ ਹੈਗਾ ਉਸਨੇ ਐਸਾ ਕੋਈ offense ਕਮਿਟ ਕੀਤਾ ਜਿਹਦੇ ਵਿੱਚ ਉਹਨੂੰ ਜਿਹੜੀ ਹੈਗੀ ਹੈ ਉਮਰ ਕੈਦ ਹੋ ਸਕਦੀ ਹੈ, ਉਮਰ ਕੈਦ ਹੋ ਸਕਦੀ ਹੈ, ਜਾਂ ਫਿਰ ਜਿਹੜੀ ਸਜ਼ਾ ਹੈ 10 ਸਾਲ ਤੱਕ ਦੀ ਹੋ ਸਕਦੀ ਹੈ, ਲਾਈਫ ਇੰਪ੍ਰਿਜ਼ਨਮੈਂਟ ਵੀ ਹੋ ਸਕਦੀ ਹੈ ਜਾਂ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਤਾਂ ਐਸੇ ਵਿਅਕਤੀ ਨੂੰ ਜਿਸ ਨੇ ਉਸ ਅਫੈਂਡਰ ਨੂੰ ਮਤਲਬ ਕਿ ਪਨਾਹ ਦਿੱਤੀ ਹੈ ਤਾਂ ਉਹਨੂੰ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਨਾਲ ਹੀ ਫਾਈਨ ਹੋ ਸਕਦਾ ਹੈ। ਜਾਂ ਫਿਰ ਜਿਹੜੀ ਸਜ਼ਾ ਹੈਗੀ ਹੈ ਅੱਗੇ ਜਾ ਕੇ ਇਹ ਕਿਹਾ ਗਿਆ ਵੀ not less than 10 ਈਅਰ, 1 ਸਾਲ ਤੋਂ ਲੈ ਕੇ 10 ਸਾਲ ਦੇ ਅੰਦਰ ਅੰਦਰ ਜੇ ਉਹਨੂੰ ਸਜ਼ਾ ਹੁੰਦੀ ਹੈ ਉਸ ਵਿਅਕਤੀ ਨੂੰ, ਉੱਪਰਲਾ ਸੈਕੰਡ ਪੈਰੇ ਵਿੱਚ ਤਾਂ 10 ਸਾਲ ਤੱਕ ਦੀ ਸਜ਼ਾ ਸੀਗੀ, ਉਮਰ ਕੈਦ ਸੀ ਤੇ 10 ਸਾਲ ਤੱਕ ਦੀ ਸਜ਼ਾ ਸੀਗੀ। ਜੇ 10 ਸਾਲ ਤੋਂ ਘੱਟ ਸਜ਼ਾ ਹੁੰਦੀ ਹੈ, 1 ਸਾਲ ਤੋਂ ਵੱਧ ਸਜ਼ਾ ਹੁੰਦੀ ਹੈ, ਠੀਕ ਹੈ, ਤਾਂ 1/4 ਸਜ਼ਾ ਹੋਏਗੀ। ਮੰਨ ਲਓ 8 ਸਾਲ ਦੀ ਸਜ਼ਾ ਹੁੰਦੀ ਹੈ ਉਸ ਵਿਅਕਤੀ ਨੂੰ ਜਿਹੜਾ ਅਫੈਂਡਰ ਹੈਗਾ, ਤਾਂ 2 ਸਾਲ ਦੀ ਸਜ਼ਾ ਹੋਏਗੀ ਉਸ ਵਿਅਕਤੀ ਨੂੰ ਜਿਸ ਨੇ ਉਸ ਮੁਜਰਮ ਨੂੰ ਜਿਹੜਾ ਹੈਗਾ ਪਨਾਹ ਦਿੱਤੀ ਹੈ ਜਾਂ ਛੁਪਾ ਕੇ ਰੱਖਿਆ ਹੈਗਾ। ਅਗਲੇ ਪੈਰੇ 'ਚ offense ਦੀ ਕੋਈ ਡੈਫੀਨੇਸ਼ਨ ਦਿੱਤੀ ਹੈ। ਜੇਕਰ ਇਹ ਵੀ ਕਿਹਾ ਗਿਆ ਵੀ ਜੇਕਰ ਆਊਟ ਆਫ ਇੰਡੀਆ ਜਿਹੜੇ ਆ ਸੈਕਸ਼ਨ ਹੈ 302 304 382 92 93 ਜਿਹਨੇ ਇਹ ਸੈਕਸ਼ਨਸ ਹੈਗੇ ਨੇ, ਇਹਨਾਂ ਸੈਕਸ਼ਨ ਦੇ ਤਹਿਤ ਜੇਕਰ ਇੰਡੀਆ ਦੇ ਕੋਈ ਜਿਹੜਾ ਹੈਗਾ ਮਤਲਬ ਕਿ ਸਜ਼ਾ ਕਿਸੇ ਵਿਅਕਤੀ ਨੂੰ ਹੁੰਦੀ ਹੈ ਤੇ ਉਹ ਬਾਹਰਲੇ ਕੰਟਰੀ 'ਚ ਵੀ ਜਾ ਕੇ ਕਿਤੇ ਕੋਈ offense ਕਮਿਟ ਕਰਦਾ ਹੈ, ਠੀਕ ਹੈ, ਤਾਂ ਇੰਡੀਆ ਦੇ ਵਿੱਚ ਵੀ ਉਸ ਨੂੰ ਮਤਲਬ ਉਹਨਾਂ ਸੈਕਸ਼ਨ ਦੇ ਤਹਿਤ ਜਿਹੜੀ ਹੈਗੀ ਹੈ ਪ੍ਰੋਸੀਡਿੰਗ ਉਹਦੇ ਖਿਲਾਫ ਚੱਲ ਸਕਦੀਆਂ ਨੇ। ਤੇ ਨਾਲ ਹੀ ਇੱਕ ਐਕਸੈਪਸ਼ਨ ਦਿੱਤੀ ਹੈ, ਐਕਸੈਪਸ਼ਨ ਹੈ ਹਸਬੈਂਡ ਵਾਈਫ ਦੀ। ਦੇਖੋ ਜੇ ਕੋਈ ਅਫੈਂਡਰ ਹੈਗਾ, ਮੰਨ ਲਓ ਅਫੈਂਡਰ ਹਸਬੈਂਡ ਹੈ, ਤਾਂ ਵਾਈਫ ਦੀ ਤਾਂ ਵਾਈਫ ਦੀ ਤਾਂ ਸੋਸ਼ਲੀ ਤੌਰ ਤੇ ਜ਼ਿੰਮੇਵਾਰੀ ਬਣ ਜਾਂਦੀ ਹੈ ਆਪਦੇ ਹਸਬੈਂਡ ਨੂੰ ਬਚਾਉਣਾ, ਠੀਕ ਹੈ, ਉਹ ਆਪਣੇ ਹਸਬੈਂਡ ਨੂੰ ਜੇ ਛੁਪਾਉਂਦੀ ਕਰਦੀ ਹੈ ਤੇ ਪਨਾਹ ਦਿੰਦੀ ਹੈ ਤਾਂ ਜਿਹੜਾ ਵਾਈਫ ਦੇ ਉੱਪਰ ਇਹ ਐਕਟ ਲਾਗੂ ਨਹੀਂ ਹੈ। ਜੇ ਇੱਦਾਂ ਹੀ ਹਸਬੈਂਡ ਆਪਦੀ ਵਾਈਫ ਨੂੰ, ਉਹਦੀ ਵਾਈਫ ਅਫੈਂਡਰ ਹੈਗੀ ਹੈ, ਉਹਨੇ ਕੋਈ ਜੁਰਮ ਕੀਤਾ ਹੈਗਾ, ਉਸ ਨੂੰ ਜਿਹੜਾ ਹਸਬੈਂਡ ਹੈਗਾ ਆਪਣੀ ਵਾਈਫ ਨੂੰ ਬਚਾਉਣ ਦੀ ਖਾਤਰ ਉਸ ਨੂੰ ਕੋਈ ਜਾਣੀ ਕਿ ਹਾਰਬਰਿੰਗ ਕਰਦਾ ਹੈਗਾ, ਤਾਂ ਵੀ ਉਹਦੇ ਤੇ ਜਿਹੜੀ ਇਹ ਸੈਕਸ਼ਨ ਹੈ ਲਾਗੂ ਨਹੀਂ ਹੁੰਦੀ ਹੈਗੀ। ਐਗਜ਼ਾਮਪਲ ਦੇਖ ਲਓ ਇੱਕ, A knowing that B has committed ਡਕੈਤੀ। A ਨੂੰ ਪਤਾ ਹੈ B ਨੇ ਡਕੈਤੀ ਕਮਿਟ ਕੀਤੀ ਹੈ, knowing conceals B in order to screen him from the legal punishment। ਕਾਨੂੰਨੀ ਕਾਰਵਾਈ ਤੋਂ ਬਚਾਉਣ ਦੀ ਖਾਤਰ ਜਿਹੜਾ ਹੈਗਾ B ਨੂੰ ਛੁਪਾ ਲੈਂਦਾ ਹੈ A। Here as B is liable to the imprisonment for life। ਡਕੈਤੀ ਦੀ ਜਿਹੜੀ ਸਜ਼ਾ ਹੈਗੀ ਆ ਉਮਰ ਕੈਦ ਹੋ ਸਕਦੀ ਹੁੰਦੀ ਹੈ, ਠੀਕ ਹੈ, ਆਪਾਂ ਉੱਪਰ ਪੜ੍ਹ ਕੇ ਗਏ ਹਾਂ। ਡਕੈਤੀ ਦੀ ਜਿਹੜੀ ਸਜ਼ਾ ਉਮਰ ਕੈਦ ਹੋ ਸਕਦੀ ਹੈ, ਤਾਂ ਇੱਥੇ ਜਿਹੜਾ ਹੈਗਾ A ਹੈ ਜਿਹਨੇ ਉਸ ਅਫੈਂਡਰ ਨੂੰ, ਜਿਹਨੂੰ B ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਹਨੇ ਡਕੈਤੀ ਕਮਿਟ ਕੀਤੀ ਹੈ, ਤਾਂ ਆਪਾਂ ਜਿਵੇਂ ਉੱਪਰ ਪੜ੍ਹਿਆ ਹੈਗਾ ਸੈਕੰਡ ਪੈਰੇ ਦੇ ਵਿੱਚ, ਸੈਕੰਡ ਪੈਰੇ 'ਚ ਅਸੀਂ ਪੜ੍ਹਿਆ ਸੀਗਾ, ਤਾਂ ਇੱਥੇ ਜਿਹੜਾ A ਨੂੰ ਹੈ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਨਾਲ ਹੀ ਫਾਈਨ ਹੋ ਸਕਦਾ ਹੈ। Section 213 taking gift etc. to screen an offender from the punishment। ਕਿਸੇ ਮੁਜਰਮ ਨੂੰ, ਦੋਸ਼ੀ ਨੂੰ ਪੁਨਿਸ਼ਮੈਂਟ ਤੋਂ ਬਚਾਉਣ ਦੀ ਖਾਤਰ, ਉਹਨੂੰ ਛੁਪਾਉਣ ਦੀ ਖਾਤਰ ਗਿਫਟ ਲੈਣੀ, ਉਹਦੇ ਤੋਂ ਕੋਈ ਪੈਸੇ ਜਾਂ ਕੋਈ ਹੋਰ ਚੀਜ਼ ਲੈ ਲੈਣੀ ਉਸ ਤੋਂ, ਵੀ ਹਾਂ ਮੈਨੂੰ ਆਹ ਦੇ, ਮੈਂ ਤੈਨੂੰ ਮਤਲਬ ਕਿ ਤੈਨੂੰ ਛੁਪਾ ਕੇ ਰੱਖਾਂਗਾ, ਜਾਂ ਤੇਰਾ ਉਹਨੂੰ ਕੋਈ ਹੈਲਪ ਕਰਨੀ ਕਿਸੇ ਵੀ ਤਰੀਕੇ ਦੇ ਨਾਲ, ਟੂ ਸਕਰੀਨ ਐਨ ਅਫੈਂਡਰ ਫਰੋਮ ਦਾ ਪਨਿਸ਼ਮੈਂਟ, ਤਾਂ ਕਿ ਉਹਨੂੰ ਜਿਹੜਾ ਹੈਗਾ ਸਜ਼ਾ ਤੋਂ ਬਚਾਇਆ ਜਾ ਸਕਦਾ ਹੋਵੇ। ਗਿਫਟ ਲੈਣੀ, ਗ੍ਰੈਟੀਫਿਕੇਸ਼ਨ ਲੈਣੀ। whoever accepts or attempts to obtain or agrees to accept any gratification for himself, ਆਪਦੇ ਲਈ, or any other person, ਆਪਦੇ ਲਈ ਜਾਂ ਕਿਸੇ ਹੋਰ ਵਿਅਕਤੀ ਦੇ ਲਈ, ਆਪਣੇ ਤੋਂ ਸੀਨੀਅਰ ਲਈ ਜਾਂ ਜੂਨੀਅਰ ਲਈ, ਜੋ ਵੀ ਹੈਗਾ, ਠੀਕ ਹੈ, or any restitution of the property to himself or any other person in consideration, ਕਾਹਦੇ ਲਈ? In consideration of his concealing an offense of screening any person, ਕਿਸੇ ਵਿਅਕਤੀ ਨੂੰ ਬਚਾਉਣ ਦੀ ਖਾਤਰ ਉਸੇ ਤੋਂ ਕੋਈ ਗ੍ਰੈਟੀਫਿਕੇਸ਼ਨ ਦੇ ਰੂਪ ਦੇ ਵਿੱਚ ਕੋਈ ਪੇਮੈਂਟ ਲੈਣੀ ਜਾਂ ਕੋਈ ਚੀਜ਼ ਲੈਣੀ, ਠੀਕ ਹੈ, ਐਸਾ ਜਿਹੜਾ ਵਿਅਕਤੀ ਹੈਗਾ ਜਾਂ ਗ੍ਰੈਟੀਫਿਕੇਸ਼ਨ ਲੈਂਦਾ ਹੈ ਆਪਦੇ ਲਈ ਜਾਂ ਆਪਦੇ ਕਿਸੇ ਹੋਰ ਵਿਅਕਤੀ ਦੇ ਲਈ,
ਇਹ ਨਹੀਂ ਹੈਗਾ ਵੀ ਇਕੱਲੇ ਆਪਦੇ ਲਈ ਲੈਂਦਾ ਹੋਵੇ ਜਾਂ ਕਿਸੇ ਹੋਰ ਵਿਅਕਤੀ ਲਈ ਲੈਣਾ। ਠੀਕ ਹੈ, ਤਾਂ ਜਿਹੜਾ ਅਫੈਂਡਰ ਹੈ ਇਹਦੇ ਵਿੱਚ 3 ਪਹਿਰੇ ਦਿੱਤੇ ਗਏ ਆ। ਜਿਹੜਾ ਅਫੈਂਡਰ ਹੈ ਪਹਿਲੇ ਕੇਸ ਦੇ ਵਿੱਚ, ਜਿਹੜਾ ਅਫੈਂਡਰ ਹੈ ਜਿਹਨੂੰ ਉਹਨੇ ਐਸਾ ਅਫੈਂਸ ਕਮਿਟ ਕੀਤਾ ਹੈਗਾ ਜਿਹਦੇ ਵਿੱਚ ਉਹਨੂੰ ਛੁਪਾਉਣ ਦੀ ਖਾਤਰ ਜਿਹੜਾ ਦੋਸ਼ੀ ਹੈ ਉਹਨੂੰ ਮੌਤ ਦੀ ਸਜ਼ਾ ਹੋ ਸਕਦੀ ਹੋਵੇ। ਠੀਕ ਹੈ, ਐਸੇ ਵਿਅਕਤੀ ਤੋਂ ਉਹਦੀ ਫੇਵਰ ਕਰਨ ਦੇ ਬਦਲੇ 'ਚ ਰਿਸ਼ਵਤ ਲੈਣਾ ਤਾਂ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਜਿਹੜਾ ਰਿਸ਼ਵਤ ਲੈਂਦਾ ਹੈ। ਠੀਕ ਹੈ, 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਜੁਰਮਾਨਾ ਵੀ ਹੋ ਸਕਦਾ ਹੈਗਾ। ਦੂਜੇ ਪਹਿਰੇ ਦੇ ਵਿੱਚ ਕੀ ਹੈਗਾ, ਜੇਕਰ ਉਹ ਦੋਸ਼ੀ ਹੈਗਾ ਜਿਹਨੂੰ ਜਿਹੜੀ ਸਜ਼ਾ ਹੈਗੀ ਹੈ ਉਮਰ ਕੈਦ ਹੋ ਸਕਦੀ ਹੈ ਜਾਂ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਐਸੇ ਦੋਸ਼ੀ ਨੂੰ ਤੋਂ ਰਿਸ਼ਵਤ ਲੈ ਕੇ ਉਹਦੇ ਖਿਲਾਫ ਉਹਦੇ ਹੱਕ ਦੇ ਵਿੱਚ ਕੋਈ ਕਾਰਵਾਈ ਕਰਨਾ ਤਾਂ ਕਿ ਉਸ ਨੂੰ ਜਿਹੜੀ ਸਜ਼ਾ ਤੋਂ ਬਚ ਸਕੇ ਤਾਂ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਥਰਡ ਕੇਸ ਦੇ ਵਿੱਚ ਕੀ ਹੈਗਾ, ਜੇ ਸਜ਼ਾ 10 ਸਾਲ ਤੋਂ ਥੱਲੇ ਹੈ, ਠੀਕ ਹੈ, ਤਾਂ ਉਸ ਨੂੰ 1/4 ਆਫ ਦਾ ਲੌਂਗੈਸਟ ਟਰਮ, ਜਿੰਨੀ ਵੀ ਸਜ਼ਾ 10 ਸਾਲ ਤੋਂ ਥੱਲੇ ਜਿੰਨੀ ਵੀ ਸਜ਼ਾ ਉਹਨੂੰ ਹੋਣੀ ਹੈ ਦੋਸ਼ੀ ਨੂੰ ਹੋ ਸਕਦੀ ਹੈ, ਤਾਂ ਉਹਦਾ ਚੌਥਾ ਹਿੱਸਾ ਜਿਹੜਾ ਸਜ਼ਾ ਹੈਗਾ, ਜਿਹੜਾ ਬੰਦਾ ਰਿਸ਼ਵਤ ਲੈ ਕੇ ਉਹਦੇ ਹੱਕ ਦੇ ਵਿੱਚ ਕੋਈ ਕਾਰਵਾਈ ਕਰਦਾ ਹੈ, ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹਦਾ ਚੌਥਾ ਹਿੱਸਾ ਜਿਹੜੀ ਸਜ਼ਾ ਹੈਗੀ ਉਸ ਨੂੰ ਹੋ ਸਕਦੀ ਹੈ 1/4। ਸੈਕਸ਼ਨ 214 ਆਫਰਿੰਗ ਗਿਫਟ। ਦੇਖੋ ਉੱਪਰ ਦਾ ਸੀ ਅਸੈਪਟਿੰਗ ਗਿਫਟ, ਇੱਥੇ ਹੈਗਾ ਆਫਰਿੰਗ ਗਿਫਟ। ਗਿਫਟ ਆਫਰ ਕਰਨਾ, ਦੇਣ ਦੀ ਕੋਸ਼ਿਸ਼ ਕਰਨਾ ਜਾਂ ਦੇਣਾ। ਆਫਰਿੰਗ ਗਿਫਟ ਔਰ ਰੀਸਟੋਰੇਸ਼ਨ ਆਫ ਦ ਪ੍ਰੋਪਰਟੀ ਇਨ ਕੰਸੀਡਰੇਸ਼ਨ ਆਫ ਸਕਰੀਨਿੰਗ offender। ਦੋਸ਼ੀ ਨੂੰ ਬਚਾਉਣ ਦੀ ਖਾਤਰ ਉਹਨੂੰ ਕੋਈ ਪ੍ਰਾਪਰਟੀ ਦੇਣਾ, ਉਹਨੂੰ ਕੋਈ ਹੋਰ ਸਮਾਨ ਦੇਣਾ ਜਾਂ ਉਹਨੂੰ ਗਿਫਟ ਦੇਣ ਲਈ ਆਫਰ ਕਰਨਾ। ਠੀਕ ਹੈ, ਤਾਂ ਐਸੇ ਵਿਅਕਤੀ ਨੂੰ ਇਹਦੇ ਵਿੱਚ ਵੀ 3 ਅਲੱਗ-ਅਲੱਗ ਕੇਸ ਨੇ, ਸੇਮ ਹੈਗੇ ਆ। ਜੇਕਰ ਸਜ਼ਾ ਉਸ ਵਿਅਕਤੀ ਦੀ ਜਿਹੜੀ ਹੈਗੀ ਆ ਮੌਤ ਦੀ ਸਜ਼ਾ ਹੋ ਸਕਦੀ ਹੋਵੇ ਉਸ ਨੂੰ, ਤਾਂ 7 ਸਾਲ ਤੱਕ ਦੀ ਸਜ਼ਾ ਹੋਏਗੀ। ਗਿਫਟ ਦੇਣ ਵਾਲੇ ਬੰਦੇ ਨੂੰ, ਮੰਨ ਲਓ A ਨਾਂ ਦਾ ਵਿਅਕਤੀ ਹੈਗਾ, ਉਹਦੇ ਖਿਲਾਫ ਕੋਈ ਕੇਸ ਚੱਲਦਾ, ਉਹਨੇ ਕੋਈ ਪਨਿਸ਼ਮੈਂਟ ਕੀਤੀ ਹੈ, ਉਹਨੇ ਕੋਈ ਅਫੈਂਸ ਕਮਿਟ ਕੀਤਾ ਹੈਗਾ। B ਨਾਂ ਦਾ ਵਿਅਕਤੀ C ਨਾਂ ਦੇ ਵਿਅਕਤੀ ਨੂੰ ਕੋਈ ਪੇਮੈਂਟ ਦਿੰਦਾ ਹੈ A ਨੂੰ ਬਚਾਉਣ ਦੀ ਖਾਤਰ। B ਨਾਂ ਦਾ ਵਿਅਕਤੀ C ਨਾਂ ਦੇ ਵਿਅਕਤੀ ਨੂੰ ਕੋਈ ਪੇਮੈਂਟ ਦਿੰਦਾ ਹੈ, ਕੋਈ ਗ੍ਰੈਟੀਫਿਕੇਸ਼ਨ ਦਿੰਦਾ ਹੈ, ਕੋਈ ਪ੍ਰਾਪਰਟੀ ਦਿੰਦਾ, ਕੋਈ ਜਾਇਦਾਦ ਦਿੰਦਾ, ਕੋਈ ਪੈਸਾ ਦਿੰਦਾ ਹੈ। ਠੀਕ ਹੈ, ਤਾਂ ਜਿਹੜਾ B ਨਾਂ ਦਾ ਵਿਅਕਤੀ ਹੈਗਾ, ਜੇਕਰ A ਜਿਹੜਾ ਦੋਸ਼ੀ ਹੈ ਜਿਹਦੇ ਵਿੱਚ ਉਸ ਨੂੰ ਸਜ਼ਾ ਮੌਤ ਦੀ ਹੋ ਸਕਦੀ ਹੋਵੇ, ਤਾਂ ਜਿਹੜੀ B ਨੂੰ ਸਜ਼ਾ 7 ਸਾਲ ਤੱਕ ਦੀ ਹੋ ਸਕਦੀ ਹੈ ਤੇ ਜੁਰਮਾਨਾ ਵੀ ਹੋ ਸਕਦਾ ਹੈ। ਇਸ ਤਰੀਕੇ ਸੈਕੰਡ ਪੈਰੇ ਦੇ ਵਿੱਚ ਜੇਕਰ ਜਿਹੜੀ ਸਜ਼ਾ ਦੋਸ਼ੀ ਨੂੰ ਹੈ ਉਮਰ ਕੈਦ ਹੋ ਸਕਦੀ ਹੋਵੇ ਜਾਂ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੋਵੇ, ਤਾਂ ਜਿਹੜਾ ਦੋਸ਼ੀ ਹੈਗਾ, ਜਿਹੜਾ ਆਫਰ ਕਰਦਾ ਹੈ ਗ੍ਰੈਟੀਫਿਕੇਸ਼ਨ ਦੀ, ਉਹਨੂੰ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸੇ ਤਰ੍ਹਾਂ ਥਰਡ ਪੈਰੇ ਦੇ ਵਿੱਚ ਕੀ ਕਿਹਾ ਹੈਗਾ, ਜੇ 10 ਸਾਲ ਤੋਂ ਘੱਟ ਸਜ਼ਾ ਹੋ ਸਕਦੀ ਹੈ ਦੋਸ਼ੀ ਨੂੰ, ਅਫੈਂਡਰ ਨੂੰ, ਤਾਂ ਉਹਦਾ 1/4 ਪਾਰਟ ਜਿਹੜਾ ਹੈਗਾ, 1/4 ਪਾਰਟ ਆਫ ਦਾ ਲੌਂਗੈਸਟ ਟਰਮ ਜਿਹੜੀ ਸਜ਼ਾ ਹੈਗੀ ਹੈ, ਉਹ ਜਿਹੜਾ ਆਫਰ ਕਰਦਾ ਹੈਗਾ ਗ੍ਰੈਟੀਫਿਕੇਸ਼ਨ ਦੇ ਲਈ, ਠੀਕ ਹੈ, ਉਸ ਨੂੰ ਹੋ ਸਕਦੀ ਹੈ 1/4 ਸਜ਼ਾ ਹੋ ਸਕਦੀ ਹੈ ਲੌਂਗੈਸਟ ਟਰਮ ਦੀ। ਇਹਦੇ ਨਾਲ ਹੀ ਐਕਸੈਪਸ਼ਨ ਦਿੱਤੀ ਹੈਗੀ ਹੈ। ਦੇਖੋ ਕੁਝ ਕੇਸ ਤਾਂ ਹੁੰਦੇ ਨੇ IPC ਦੇ ਵਿੱਚ ਕੰਪਾਊਂਡੇਬਲ, ਕੁਝ ਕੇਸ ਹੁੰਦੇ ਨੇ ਨਾਨ ਕੰਪਾਊਂਡੇਬਲ। ਕੰਪਾਊਂਡੇਬਲ ਮੀਨਸ ਜਦੋਂ ਦੋ ਪਾਰਟੀਆਂ A ਤੇ B ਆਪਸੀ ਡਿਸਪਿਊਟ ਸੀ, ਉਹਨਾਂ ਦਾ ਕਿਸੇ ਕੇਸ ਨੂੰ ਸਮਝੌਤਾ ਕਰਕੇ ਕੰਪਾਊਂਡ ਕਰ ਸਕਣ, ਖਤਮ ਕਰ ਸਕਣ, ਕੋਰਟ 'ਚ ਲਿਖ ਕੇ ਦੇਣ ਵੀ ਹਾਂ ਸਾਡਾ ਸਮਝੌਤਾ ਹੋ ਗਿਆ ਤੇ ਅਸੀਂ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ, ਦੈਟ ਇਜ਼ ਕੰਪਾਊਂਡੇਬਲ। ਜਿੱਥੇ ਕੋਈ ਕੇਸ ਇੱਦਾਂ ਦਾ ਹੈਗਾ ਜਿਹਨੂੰ ਕੰਪਾਊਂਡ ਨਹੀਂ ਕੀਤਾ ਜਾ ਸਕਦਾ ਕੋਰਟ ਦੀ ਪਰਮਿਸ਼ਨ ਤੋਂ ਬਗੈਰ, ਠੀਕ ਹੈ, ਮਤਲਬ ਕਿ ਸਰਕਾਰ ਵੱਲੋਂ ਪ੍ਰੋਸੀਕਿਊਸ਼ਨ ਹੁੰਦੀ ਹੈ, ਐਸੇ ਕੇਸ ਦੇ ਵਿੱਚ ਜਿਹੜਾ ਕੰਪਾਊਂਡ ਨਹੀਂ ਕੀਤਾ ਜਾ ਸਕਦਾ, ਜਿਹਨੂੰ ਦੋ ਪਾਰਟੀ ਰਲ ਕੇ ਸਮਝੌਤਾ ਨਹੀਂ ਕਰ ਸਕਦੀਆਂ, ਸਰਕਾਰ ਵੱਲੋਂ ਪ੍ਰੋਸੀਕਿਊਸ਼ਨ ਕੀਤੀ ਜਾਂਦੀ ਹੈ, ਸਟੇਟ ਵਰਸਸ ਫਲਾਣਾ ਜਿਹੜਾ ਮੁਕੱਦਮਾ ਚੱਲਦਾ ਹੈਗਾ, ਠੀਕ ਹੈ, ਪਾਰਟੀਆਂ ਬੇਸ਼ੱਕ ਜੋ ਮਰਜ਼ੀ ਲਿਖ ਕੇ ਦੇਣ, ਤਾਂ ਜਿਹੜਾ ਮੁਕੱਦਮਾ ਬੰਦ ਨਹੀਂ ਹੁੰਦਾ ਹੈਗਾ ਜਦੋਂ ਤੱਕ ਜਿਹੜੀ ਕੋਰਟ ਹੈਗੀ ਹੈ, ਜਦੋਂ ਤੱਕ ਜਿਹੜੀ ਪ੍ਰੋਸੀਕਿਊਸ਼ਨ ਹੈਗੀ ਹੈ ਉਹ ਕੇਸ ਨੂੰ ਵਾਪਸ ਨਹੀਂ ਵਿਡਰੋ ਨਹੀਂ ਕਰਦੀ, ਤੇ ਬੇਸ਼ੱਕ ਜਿਹੜੀ ਪ੍ਰੋਸੀਕਿਊਸ਼ਨ ਹੈ ਪੁਲਿਸ ਕਾਰਵਾਈ ਜਿਹੜੀ ਲਿਖ ਕੇ ਕੇਸ ਨੂੰ ਵਿਡਰੋ ਕਰਦੀ ਹੈ, ਪਰ ਫਿਰ ਵੀ ਜਦੋਂ ਤੱਕ ਕੋਰਟ ਉਸ ਨੂੰ ਵਾਪਸ ਨਹੀਂ ਕਰ ਦਿੰਦੀ ਉਦੋਂ ਤੱਕ ਜਿਹੜੀ ਹੈਗੀ ਹੈ ਉਹ ਕਾਰਵਾਈ ਚੱਲਦੀ ਰਹਿੰਦੀ ਹੈ। ਪਰ ਇਹਦੇ ਵਿੱਚ ਕਿਹਾ ਗਿਆ ਵੀ ਜਿਹੜਾ ਇਹ ਸੈਕਸ਼ਨ 213 ਤੇ 214 ਜਿਹੜੀ ਪ੍ਰੋਵੀਜ਼ਨਸ ਹੈਗੀਆਂ ਨੇ, ਇਹ ਉਹਨਾਂ ਕੇਸਾਂ ਦੇ ਲਾਗੂ ਨਹੀਂ ਹੁੰਦੀਆਂ ਜਿਹੜੇ ਕੇਸ ਕੰਪਾਊਂਡੇਬਲ ਹੁੰਦੇ ਨੇ, ਉਹਨਾਂ ਦੇ ਉੱਪਰ ਜਿਹੜੀ ਸੈਕਸ਼ਨ 213 214 ਲਾਗੂ ਨਹੀਂ ਹੁੰਦੀਆਂ ਜੇ ਕੇਸ ਕੰਪਾਊਂਡੇਬਲ ਹੈਗਾ। ਤਾਂ ਨਾਨ ਕੰਪਾਊਂਡੇਬਲ ਕੇਸਾਂ ਉੱਪਰ ਜਿਹੜੀਆਂ ਸੈਕਸ਼ਨ ਇਹ ਲਾਗੂ ਹੁੰਦੀਆਂ ਨੇ।
नेक्स्ट है सेक्शन 215 टेकिंग गिफ्ट टू हेल्प टू रिकवर स्टोलन प्रॉपर्टी। कोई व्यक्ति हैगा, ਉਹਦੀ ਕੋਈ प्रॉपर्टी चोरी हो गई, कोई स्कूटर चोरी हो गया, मोटरसाइकिल चोरी हो गया, ਜਾਂ ਕੋਈ ਉਹਦੀ ਕੋਈ ਗੋਲਡ ਦੀ ਕੋਈ प्रॉपर्टी ਜਾਂ ਕੋਈ एनीथिंग कार वगैरह वगैरह कुछ भी प्रॉपर्टी ਕੋਈ चोरी हो गई, ठीक है। ਉਹਨੂੰ ਲੱਭਣ ਦੀ ਖਾਤਰ ਕੋਈ ਵਿਅਕਤੀ ਥਰਡ ਪਰਸਨ ਜਿਹੜਾ ਹੈਗਾ ਉਹਦੇ ਤੋਂ ਕੋਈ ਪੈਸੇ ਲੈਂਦਾ ਹੈ ਵੀ ਮੈਨੂੰ ਇੰਨੇ ਪੈਸੇ ਦੇ, ਮੈਂ ਤੇਰੀ ਪ੍ਰॉपर्टी ਲਵਾ ਦਿੰਦਾ, ਮੈਨੂੰ ਇੰਨੇ ਪੈਸੇ ਦੇ, ਮੈਂ ਤੇਰੀ प्रॉपर्टी ਲਵਾ ਦਿੰਦਾ। ਟੇਕਿੰਗ ਗਿਫਟ ਟੂ ਹੈਲਪ ਟੂ ਰਿਕਵਰ ਸਟੋਲਨ प्रॉपर्टी, ਮਤਲਬ ਕਿ ਖੋਈ ਹੋਈ प्रॉपर्टी ਨੂੰ, ਖੋਈ ਹੋਈ ਸਮਾਨ ਨੂੰ ਲਵਾਉਣ ਦੀ ਖਾਤਰ ਜੇ ਕੋਈ ਬੰਦਾ ਪੈਸੇ ਲੈਂਦਾ ਹੈ, ਠੀਕ ਹੈ, ਜਿਹੜੀ ਉਹਦੀ ਮੂਵੇਬਲ प्रॉपर्टी ਹੈ ਇੱਧਰ ਉੱਧਰ ਕਿਸੇ ਨੇ ਛਪਾਤੀ ਜਾਂ ਕਿਸੇ ਨੇ ਚੋਰੀ ਕਰ ਲਈ ਜਾਂ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ, ਉਹਨੂੰ ਪਤਾ ਹੈਗਾ, ਠੀਕ ਹੈ, ਉਹਦੀ ਹੈਲਪ ਕਰਨ ਦੀ ਕੋਸ਼ਿਸ਼ ਕਰਦਾ ਪੈਸੇ ਲੈ ਕੇ, ਗਿਫਟ ਲੈ ਕੇ, ਪੈਸੇ ਲੈ ਕੇ, ਤਾਂ ਉਹ ਜਿਹੜਾ ਵਿਅਕਤੀ ਹੈ ਜਿਹੜਾ ਪੈਸੇ ਮੰਗਦਾ ਹੈ, ਪੈਸੇ ਲੈਂਦਾ ਹੈਗਾ, ਤਾਂ ਉਹਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਨਾਲ ਫਾਈਨ ਵੀ ਹੋ ਸਕਦਾ ਹੈ, ਦੋਨੋਂ ਵੀ ਹੋ ਸਕਦੇ ਨੇ। नेक्स्ट है सेक्शन 216 हार्बरिंग ऑफेंडर हु हैज एस्केप्ड फ्रॉम द कस्टडी और हुज एप्रीहेंशन हैज बीन ऑर्डर। पुलिस के कब्जे ਦੇ ਵਿੱਚੋਂ कोई व्यक्ति भज गया, एस्केप हो गया फ्रॉम द कस्टडी और हुज एप्रीहेंशन हैज बीन ऑर्डर, ਜਾਂ ਕਿਸੇ ਵਿਅਕਤੀ ਹੈਗਾ ਜਿਹੜਾ ਜਿਹਦੀ ਉਹਨੂੰ ਅਰੈਸਟ ਕਰਨ ਦੀ ਖਾਤਰ ਜਿਹੜਾ ਆਰਡਰ ਹੋ ਚੁੱਕਿਆ ਹੈ। Harboring offender who has escaped from the custody or whose apprehension has been ordered, ਜਾਂ ਜਿਹਨੂੰ ਅਰੈਸਟ ਕਰਨਾ ਹੈਗਾ, ਠੀਕ ਹੈ, ਅਰੈਸਟ ਕਰਨ ਦੇ ਆਰਡਰ ਹੋ ਚੁੱਕੇ ਨੇ। ਐਸੇ ਵਿਅਕਤੀ ਨੂੰ, ਐਸੇ offender ਨੂੰ ਜਿਹੜਾ ਭੱਜ ਗਿਆ ਜਾਂ ਜਿਹਦੇ ਖਿਲਾਫ ਆਰਡਰ ਜਾਰੀ ਹੋ ਗਿਆ, ਕੋਈ ਵਿਅਕਤੀ ਹਾਰਬਰਿੰਗ ਕਰਦਾ ਹੈ, ਉਹਨੂੰ ਪਨਾਹ ਦਿੰਦਾ ਹੈ, ਜਿਹੜਾ ਵਿਅਕਤੀ ਪਨਾਹ ਦਿੰਦਾ ਹੈ, ਠੀਕ ਹੈ, being in lawful custody, ਦੌੜੇ ਵਿਅਕਤੀ ਨੂੰ ਜਿਹੜਾ ਪਨਾਹ ਦਿੰਦਾ ਹੈ, ਉਸ ਕੇਸ ਦੇ ਵਿੱਚ ਕੀ ਹੁੰਦਾ ਹੈ, whenever a public servant in the exercise of the lawful power, ਜਾਂ ਕੋਈ ਵਿਅਕਤੀ ਜਿਹੜਾ ਪਬਲਿਕ ਸਰਵੈਂਟ ਹੈਗਾ, ਉੱਪਰ ਤਾਂ ਕੇਸ ਹੈ ਕੋਈ ਵਿਅਕਤੀ ਅਰੈਸਟ ਕੀਤਾ ਹੋਇਆ, ਫੜਿਆ ਹੋਇਆ ਹੈਗਾ, ਉਹ ਦੌੜ ਗਿਆ, ਠੀਕ ਹੈ। ਦੂਜੇ ਕੇਸ ਕੀ ਹੈ, ਕੋਈ who or whenever a public servant in the exercise of lawful powers of such public servant orders a certain person to be apprehended, ਕੋਈ ਵਿਅਕਤੀ, ਕੋਈ ਪਬਲਿਕ ਸਰਵੈਂਟ ਹੈਗਾ, ਕਿਸੇ ਵਿਅਕਤੀ ਨੂੰ ਅਰੈਸਟ ਕਰਨ ਦੀ ਖਾਤਰ ਆਰਡਰ ਕਰਦਾ ਹੈ, ਐਪਰੀਹੈਂਡਡ ਫॉर ਐਨ ਅਫੈਂਸ, whoever knowing such escape or order for apprehension, ਤਾਂ ਦੂਜਾ ਕੋਈ ਥਰਡ ਪਰਸਨ ਉਸ ਨੂੰ ਪਤਾ ਹੋਣ ਦੇ ਬਾਵਜੂਦ ਵੀ, ਠੀਕ ਹੈ, apprehended for an offense whoever knowing of such escape or order for apprehension, ਜਿਹਨੂੰ ਪਤਾ ਹੈ ਵੀ ਇਹ ਐਸਕੇਪ ਹੋ ਗਏ, ਇਹ ਭੱਜ ਕੇ ਨਿਕਲਿਆ ਹੋਇਆ ਹੈ, ਜਾਂ ਇਹ ਜਿਹੜਾ ਵਿਅਕਤੀ ਹੈ ਇਹਨੂੰ ਅਰੈਸਟ ਕਰਨ ਦੇ ਆਰਡਰ ਹੋ ਚੁੱਕੇ ਨੇ, ਹਾਰਬਰਸ ਆਫ ਕੰਸੀਲਸ ਦੈਟ ਪਰਸਨ, ਉਸ ਵਿਅਕਤੀ ਨੂੰ ਪਨਾਹ ਦਿੰਦਾ ਹੈ, ਛੁਪਾਉਂਦਾ ਕਿਤੇ, ਠੀਕ ਹੈ, ਤਾਂ ਕਿ ਇਹ ਬਚ ਸਕੇ, ਇਹਦੇ ਖਿਲਾਫ ਕਾਰਵਾਈ ਨਾ ਹੋ ਸਕੇ, ਇਹਨੂੰ ਅਰੈਸਟ ਨਾ ਕੀਤਾ ਜਾ ਸਕੇ, ਦੁਬਾਰਾ ਜੇ ਅਰੈਸਟ ਕੀਤਾ ਹੋਇਆ ਸੀ ਭੱਜ ਗਿਆ ਤਾਂ ਦੁਬਾਰਾ ਇਹਨੂੰ ਅਰੈਸਟ ਨਾ ਕੀਤਾ ਜਾ ਸਕੇ, ਠੀਕ ਹੈ। ਸ਼ੈਲ ਬੀ ਪਨਿਸ਼ਡ ਇਨ ਦ ਮੈਨਰ ਫੋਲੋਇੰਗ, ਤਾਂ ਉਸ ਵਿਅਕਤੀ ਨੂੰ ਜਿਹੜੀ ਸਜ਼ਾ ਹੋ ਸਕਦੀ ਹੈ, ਜਿਹਨੇ ਬੰਦੇ ਨੇ ਹਾਰਬਰਿੰਗ ਦਿੱਤੀ ਹੈ, ਤਾਂ ਉਸ ਨੂੰ ਹੇਠ ਤਰੀਕੇ ਦੇ ਜਿਹੜੇ ਹੈਗੇ ਨੇ ਆ 3-4 ਪਹਿਰੇ ਹੈਗੇ ਆ। ਜੇਕਰ ਜਿਹੜਾ ਅਫੈਂਡਰ ਹੈਗਾ ਉਹ ਕੈਪੀਟਲ ਸਜ਼ਾ ਉਹਨੂੰ ਹੋ ਸਕਦੀ ਹੋਵੇ, ਮੌਤ ਦੀ ਸਜ਼ਾ ਹੋ ਸਕਦੀ ਹੋਵੇ, ਐਸਾ ਮੁਜਰਮ ਸੀਗਾ ਜਿਹੜਾ ਦੌੜ ਗਿਆ। ਜਿਹੜਾ ਮੁਜਰਮ ਸੀ, ਜਿਹੜਾ ਦੌੜਿਆ ਹੋਇਆ ਭੱਜ ਗਿਆ, ਜਾਂ ਜਿਹਦੇ ਖਿਲਾਫ ਕੋਈ ਆਰਡਰ ਹੋਇਆ ਅਰੈਸਟ ਕਰਨ ਦਾ, ਜੇਕਰ ਉਹਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ, ਐਸਾ ਆਫੈਂਸ ਕਮਿਟ ਕੀਤਾ ਉਸਨੇ, ਤਾਂ ਜਿਹੜਾ ਬੰਦਾ ਹਾਰਬਰਿੰਗ ਕਰਦਾ ਹੈਗਾ, ਪਨਾਹ ਦਿੰਦਾ, ਤਾਂ ਉਹਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਸੈਕੰਡ ਪੈਰੇ ਦੇ ਵਿੱਚ ਜਿਹੜਾ ਦੋਸ਼ੀ ਹੈ, ਜੇਕਰ ਉਹਨੂੰ ਉਮਰ ਕੈਦ ਹੋ ਸਕਦੀ ਹੈ ਜਾਂ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਠੀਕ ਹੈ, ਤਾਂ ਜਿਹੜਾ ਦੋਸ਼ੀ ਹੈਗਾ, ਜਿਹੜਾ ਹਾਰਬਰਿੰਗ ਕਰਦਾ ਹੈ, ਜਿਹੜਾ ਪਨਾਹ ਦਿੰਦਾ ਹੈ, ਉਹਨੂੰ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸੇ ਤਰੀਕੇ ਜੇਕਰ 10 ਸਾਲ ਤੋਂ ਘੱਟ ਤੇ 1 ਸਾਲ ਤੋਂ ਵੱਧ ਜੇਕਰ ਸਜ਼ਾ ਹੁੰਦੀ ਹੈ ਮੁਜਰਮ ਨੂੰ, ਠੀਕ ਹੈ, ਤਾਂ ਜਿਹੜਾ ਬੰਦਾ ਪਨਾਹ ਦਿੰਦਾ ਹੈਗਾ, ਤਾਂ ਉਸਨੂੰ ਚੌਥਾ ਸਜ਼ਾ 1/4 ਸਜ਼ਾ ਹੋ ਸਕਦੀ ਹੈ, 1/4 ਪਾਰਟ ਆਫ ਦਾ ਲੌਂਗੈਸਟ ਟਰਮ, ਜਿੰਨੀ ਵੀ ਸਜ਼ਾ ਹੋਈ ਹੈ ਦੋਸ਼ੀ ਨੂੰ, ਉਹਦਾ ਚੌਥਾ ਹਿੱਸਾ ਸਜ਼ਾ ਅਫੈਂਡਰ ਉਸ ਨੂੰ ਹੋ ਸਕਦੀ ਹੈ, ਜਿਹੜਾ ਬੰਦਾ ਹਾਰਬਰਿੰਗ ਕਰਦਾ ਹੈ।
ਇਹ 'ਚ ਐਕਸਟ੍ਰਾਡੀਸ਼ਨ ਦੀ ਗੱਲ ਕੀਤੀ ਗਈ ਇਸ ਪੈਰੇ ਦੇ ਵਿੱਚ। ਜਿਹੜਾ offence ਹੈਗਾ, ਜੇ ਕੋਈ ਕੋਈ offence commit ਕੀਤਾ ਜਿਹਦੀ ਐਕਸਟ੍ਰਾਡੀਸ਼ਨ ਅਸੀਂ ਕਿਸੇ ਦੂਜੇ ਕੰਟਰੀ ਤੋਂ ਲੈ ਸਕਦੇ ਹਾਂ। ਸਾਡਾ ਕੋਈ ਜੁਰਮ ਇੱਥੇ ਕੀਤਾ, ਇੰਡੀਆ 'ਚ ਕੀਤਾ ਹੈ, ਭੱਜ ਕੇ ਦੂਜੇ ਕੰਟਰੀ ਚਲਾ ਗਿਆ, ਠੀਕ ਹੈ, ਉਹਦੀ ਐਕਸਟ੍ਰਾਡੀਸ਼ਨ ਹੋ ਸਕਦੀ ਹੋਵੇ, ਯਾਨੀ ਕਿ ਉਸ ਕੰਟਰੀ ਤੋਂ ਰਿਕੁਐਸਟ ਕਰਕੇ ਉਸ ਦੋਸ਼ੀ ਨੂੰ ਮੰਗਵਾਇਆ ਜਾ ਸਕਦਾ ਹੋਵੇ, ਠੀਕ ਹੈ, ਤਾਂ ਉਹਦੇ ਤੇ ਵੀ ਇਹ ਜਿਹੜੀ ਸੈਕਸ਼ਨ ਹੈਗੀ ਲਾਗੂ ਹੁੰਦੀ ਹੈ। ਇਸੇ ਤਰੀਕੇ ਐਕਸੈਪਸ਼ਨਸ ਦੱਸਿਆ ਵੀ ਹਸਬੈਂਡ ਵਾਈਫ ਦੇ ਉੱਪਰ ਇਹ ਹਾਰਬਰਿੰਗ ਦੀ ਜਿਹੜੀ ਪ੍ਰੋਵੀਜ਼ਨ ਹੁੰਦੀਆਂ ਨੇ, ਹਸਬੈਂਡ ਵਾਈਫ ਦੇ ਉੱਪਰ ਲਾਗੂ ਨਹੀਂ ਹੁੰਦੀਆਂ। ਜੇਕਰ ਹਸਬੈਂਡ ਆਪਦੀ ਵਾਈਫ ਨੂੰ ਬਚਾਉਣ ਦੀ ਖਾਤਰ ਕੁਝ ਕਰਦਾ ਹੈ, ਜਾਂ ਵਾਈਫ ਆਪਣੇ ਹਸਬੈਂਡ ਨੂੰ ਬਚਾਉਣ ਦੀ ਖਾਤਰ ਕੁਝ ਕਰਦੀ ਹੈ, ਠੀਕ ਹੈ, ਉਹਨੂੰ ਮਤਲਬ ਕਿ ਹਾਰਬਰਿੰਗ ਕਰਦੀ ਹੈ, ਤਾਂ ਉਹਨਾਂ ਉੱਪਰ ਇਹ ਜਿਹੜੀ ਸੈਕਸ਼ਨ ਹੈਗੀ ਲਾਗੂ ਨਹੀਂ ਹੁੰਦੀ। ਸੈਕਸ਼ਨ 216 A, penalty for harboring robbers or dacoits। ਜੇ ਕੋਈ ਰੋਬਰੀ ਹੈ, ਰੋਬਰੀ ਕਮਿਟ ਕਰਦਾ ਹੈ ਜਾਂ ਕੋਈ ਡਕੈਤੀ ਕਮਿਟ ਕਰਦਾ ਹੈ, ਠੀਕ ਹੈ, ਉਹਨਾਂ ਨੂੰ ਕੋਈ ਹਾਰਬਰਿੰਗ ਕਰਦਾ ਹੈ, ਉਹਨਾਂ ਨੂੰ ਕੋਈ ਪਨਾਹ ਦਿੰਦਾ ਹੈ, ਮਤਲਬ ਡਕੈਤ ਨੂੰ ਕੋਈ ਪਨਾਹ ਦਿੰਦਾ ਹੈ, ਜਾਂ ਜਿਹਨੇ ਰੋਬਰੀ ਕੀਤੀ ਹੈ ਉਹਨੂੰ ਕੋਈ ਪਨਾਹ ਦਿੰਦਾ ਹੈ, shall be punished with rigorous imprisonment for a term which may extend to 10 year। ਤਾਂ ਜਿਹੜਾ ਐਸਾ ਵਿਅਕਤੀ ਹੈਗਾ ਜਿਹੜਾ ਪਨਾਹ ਦਿੰਦਾ ਕਿਸੇ ਡਕੈਤ ਨੂੰ, ਠੀਕ ਹੈ, ਤਾਂ ਉਸ ਨੂੰ ਜਿਹੜੀ ਸਖਤ ਸਜ਼ਾ ਹੋ ਸਕਦੀ ਹੈ, 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਤੇ ਫਾਈਨ ਵੀ ਹੋ ਸਕਦਾ ਹੈਗਾ। ਇਹਦੇ ਵਿੱਚ ਨਾਲ ਉਹੀ ਹਸਬੈਂਡ ਵਾਈਫ ਦੀ ਐਕਸੈਪਸ਼ਨ ਫੇਰ ਹੈਗੀ ਹੈ। ਜੇ ਹਸਬੈਂਡ ਨੇ ਡਕੈਤੀ ਕੀਤੀ ਹੈ ਤਾਂ ਵਾਈਫ ਦੇ ਉੱਪਰ ਇਹ ਜਿਹੜੀ ਸੈਕਸ਼ਨ ਲਾਗੂ ਨਹੀਂ ਹੁੰਦੀ। ਜੇਕਰ ਵਾਈਫ ਨੇ ਕੋਈ ਐਸਾ ਦਾ ਕਮਿਟ ਕੀਤਾ ਹੈਗਾ, offence ਕਮਿਟ ਕੀਤਾ ਹੈ, ਤਾਂ ਹਸਬੈਂਡ ਕੋਈ ਉਸ ਨੂੰ ਹਾਰਬਰਿੰਗ ਕਰਦਾ ਹੈ ਤਾਂ ਉਹਦੇ ਤੇ ਵੀ ਇਹ ਲਾਗੂ ਨਹੀਂ ਹੁੰਦੀ ਹੈਗੀ ਸੈਕਸ਼ਨ। ਨੈਕਸਟ ਹੈ ਸੈਕਸ਼ਨ 217 ਪਬਲਿਕ ਸਰਵੈਂਟ disobeying directions of law with intent to save person from the punishment or property from forfeiture। ਕੋਈ ਪਬਲਿਕ ਸਰਵੈਂਟ ਹੈਗਾ, ਕਾਨੂੰਨ ਦੇ ਮੁਤਾਬਕ ਜਿਹੜੀ ਕਾਰਵਾਈ ਨੂੰ ਕਰਨੀ ਬਣਦੀ ਸੀ ਉਹ ਨਹੀਂ ਕਰਦਾ, ਪਬਲਿਕ ਸਰਵੈਂਟ ਡਿਸਓਬੇ ਕਰਦਾ ਹੈ ਡਾਇਰੈਕਸ਼ਨਸ ਆਫ ਦਾ ਲਾਅ, ਜੋ ਕਾਨੂੰਨ ਨੇ ਉਹਨੂੰ ਡਾਇਰੈਕਸ਼ਨ ਉਹਦੇ ਜੋ ਕਰਨੀਆਂ ਬਣਦੀਆਂ ਨੇ, ਜੋ ਕਾਰਵਾਈ ਉਹਦੇ ਵੱਲੋਂ ਕੀਤੀ ਜਾਣੀ ਹੈ ਉਹ ਨਹੀਂ ਕਰਦਾ। ਕਿਉਂ ਨਹੀਂ ਕਰਦਾ? ਵਿਦ ਇੰਟੈਂਟ ਟੂ ਸੇਵ ਪਰਸਨ ਫਰੋਮ ਦਾ ਪਨਿਸ਼ਮੈਂਟ, ਕਿਸੇ ਵਿਅਕਤੀ ਨੂੰ ਸਜ਼ਾ ਤੋਂ ਬਚਾਉਣ ਦੀ ਖਾਤਰ ਜਾਂ ਕਿਸੇ ਪ੍ਰਾਪਰਟੀ ਨੂੰ ਬਚਾਉਣ ਦੀ ਖਾਤਰ, ਤਾਂ ਕਿ ਉਹ ਜ਼ਬਤ ਨਾ ਹੋ ਜਾਵੇ, ਤਾਂ ਕਿ ਉਹਦੀ ਪ੍ਰਾਪਰਟੀ ਜ਼ਬਤ ਨਾ ਹੋ ਜਾਵੇ। ਐਸੇ ਜਿਹੜੀ ਮਤਲਬ ਕਿ offence ਕਮਿਟ ਕਰਦਾ ਜਿਹੜਾ ਕੋਈ ਪਬਲਿਕ ਸਰਵੈਂਟ ਹੈਗਾ, ਤਾਂ ਉਸ ਨੂੰ ਕੀ ਸਜ਼ਾ ਹੋ ਸਕਦੀ ਹੈ? ਐਨੀ ਪਰਸਨ ਫਰੋਮ ਲੀਗਲ ਪਨਿਸ਼ਮੈਂਟ 2 ਈਅਰ ਤੱਕ ਦੀ ਸਜ਼ਾ ਹੋ ਸਕਦੀ ਹੈ ਪਬਲਿਕ ਸਰਵੈਂਟ ਨੂੰ, ਜਿਹੜਾ ਡਿਸਓਬੇ ਕਰਦਾ ਲਾਅ ਦੀ, ਡਾਇਰੈਕਸ਼ਨ ਦੀ ਪਾਲਣਾ ਨਹੀਂ ਕਰਦਾ, ਕਾਨੂੰਨ ਦੀ ਪਾਲਣਾ ਨਹੀਂ ਕਰਦਾ, ਤਾਂ ਐਸਾ ਜਿਹੜਾ ਪਬਲਿਕ ਸਰਵੈਂਟ ਹੈ ਉਹਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। 218 ਕੀ ਹੈ? ਪਬਲਿਕ ਸਰਵੈਂਟ ਫਰੇਮਿੰਗ ਇਨਕਰੈਕਟ ਰਿਕਾਰਡ। ਕੋਈ ਪਬਲਿਕ ਸਰਵੈਂਟ ਹੈਗਾ, ਇਨਕਰੈਕਟ ਰਿਕਾਰਡ ਫਰੇਮ ਕਰ ਲੈਂਦਾ ਹੈ, ਕੋਈ ਝੂਠਾ ਰਜਿਸਟਰ ਤਿਆਰ ਕਰ ਲੈਂਦਾ ਹੈ, ਕੋਈ ਸਟੇਟਮੈਂਟ ਬਣਾਉਣੀ ਉਹਦੇ ਵਿੱਚ ਕੋਈ ਰਕਮ ਦੀ ਕੋਈ ਹੇਰਾ ਫੇਰੀ, ਜਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਜਿਹੜੀ ਸਟੇਟਮੈਂਟ ਹੈ ਉਹਦੇ ਵਿੱਚ ਕੋਈ ਆਰਡਰ ਹੈ, ਕੋਈ ਹੋਰ ਹੈ, ਉਹਦੇ ਵਿੱਚ ਕੋਈ ਚੇਂਜ ਕਰ ਲੈਂਦਾ ਹੈ ਜਾਂ ਗਲਤ ਤਿਆਰ ਕਰ ਲੈਂਦਾ ਹੈ। ਪਬਲਿਕ ਸਰਵੈਂਟ ਫਰੇਮਿੰਗ ਇਨਕਰੈਕਟ ਰਿਕਾਰਡ ਔਰ ਰਾਈਟਿੰਗ ਵਿਦ ਇੰਟੈਂਟ ਟੂ ਸੇਵ ਪਰਸਨ ਫਰੋਮ ਦਾ ਪਨਿਸ਼ਮੈਂਟ ਔਰ ਪ੍ਰੋਪਰਟੀ ਫਰੋਮ ਦਾ ਫੋਰਫੀਚਰ। ਕਿਸੇ ਵਿਅਕਤੀ ਨੂੰ ਜਿਹਨੇ offence ਕਮਿਟ ਕੀਤਾ ਹੈ ਉਹਨੂੰ ਬਚਾਉਣ ਦੀ ਖਾਤਰ, ਜਾਂ ਉਹਦੀ ਕੋਈ ਪ੍ਰਾਪਰਟੀ ਹੈ, ਜਾਇਦਾਦ ਹੈਗੀ ਉਹਦੀ, ਉਹ ਜ਼ਬਤ ਨਾ ਹੋ ਜਾਵੇ, ਜਾਂ ਉਹਦੀ ਕੋਈ ਔਕਸ਼ਨ ਨਾ ਹੋ ਜਾਵੇ, ਬੋਲੀ ਨਾ ਹੋ ਜਾਵੇ, ਠੀਕ ਹੈ, ਉਹਨੂੰ ਬਚਾਉਣ ਦੀ ਖਾਤਰ ਕੋਈ ਜਿਹੜਾ ਰਿਕਾਰਡ ਹੈਗਾ ਆਪਦਾ, ਉਹਨੂੰ ਪਤਾ ਵੀ ਇਹ ਐਵੀਡੈਂਸ ਜਾਣਾ ਹੈ, ਰਿਕਾਰਡ ਹੈ, ਗਲਤ ਤਿਆਰ ਕਰ ਲੈਂਦਾ ਹੈਗਾ, ਗਲਤ ਲਿਖਾ ਪੜ੍ਹੀ ਕਰ ਲੈਂਦਾ ਹੈ, ਐਸਾ ਵਿਅਕਤੀ ਜਿਹੜਾ ਹੈਗਾ ਉਸ ਨੂੰ ਜਿਹੜੀ ਸਜ਼ਾ ਹੋ ਸਕਦੀ ਹੈ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਜਿਹੜਾ ਗਲਤ ਰਿਕਾਰਡ ਤਿਆਰ ਕਰਦਾ ਹੈ, ਗਲਤ ਰਿਕਾਰਡ ਫਰੇਮ ਕਰਦਾ ਹੈਗਾ, ਰਾਈਟਿੰਗ ਗਲਤ ਕਰਦਾ ਹੈ, 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਤੇ ਨਾਲ ਹੀ ਫਾਈਨ ਹੋ ਸਕਦਾ ਹੈ, ਜਾਂ ਫਿਰ ਦੋਨੋਂ ਵੀ ਹੋ ਸਕਦਾ ਹੈ। ਨੈਕਸਟ ਹੈ section 219 public servant in judicial proceeding। public servant in judicial proceeding corruptly making report etc contrary to law। ਕੋਈ ਪਬਲਿਕ ਸਰਵੈਂਟ ਹੈਗਾ, ਉਹਦੀ ਜੁਡੀਸ਼ੀਅਲ ਕੋਰਟ ਦੇ ਵਿੱਚ ਮੰਨ ਲਓ ਪ੍ਰੋਸੀਡਿੰਗ, ਉਹਦੀ ਕੋਈ ਡਿਊਟੀ ਹੈਗੀ ਹੈ, ਠੀਕ ਹੈ, ਸੌਰੀ ਪਵਨ ਜੀ 5 ਮਿੰਟ ਹੋ ਕੇ ਠਹਿਰ ਕੇ ਗੱਲ ਕਰਦਾ।
public servant in judicial proceeding corruptly making report etc contrary to law, कानून के खिलाफ कोई रिपोर्ट गलत बनाता है, ऑर्डर गलत लिखता है जानबूझ के, जुडिशियल प्रोसीडिंग है, कोई रिपोर्ट है, कोई ऑर्डर है, कोई जज ने कोई रिपोर्ट लिखाई है, कोई ऑर्डर किया जज ने, ठीक है, किसी दूजे बंदे को फायदा देने की खातर जानबूझ के कोई डिसीजन है, कोई वर्डिक्ट कोई ਦਿੱਤੀ जा रही है जज ਵੱਲੋਂ, ठीक है, कोई डिसीजन ਦਿੱਤਾ जा रहा है, ਉਹਦੇ ਵਿੱਚ ਕੋਈ ਨਾ ਕੋਈ ਗਲਤ ਐਸੀ ਵਰਡਿੰਗ ਲਿਖ ਦਿੰਦਾ ਤਾਂ ਕਿ ਇੱਕ ਦੂਜੇ ਬੰਦੇ ਨੂੰ ਜਿਹੜਾ ਇੱਕ ਦਾ ਫਾਇਦਾ ਹੋ ਸਕੇ, ਦੂਜੇ ਦਾ ਨੁਕਸਾਨ ਹੋ ਸਕਦਾ ਹੋਵੇ। ਤਾਂ ਐਸਾ ਵਿਅਕਤੀ ਜਿਹੜਾ ਪਬਲਿਕ ਸਰਵੈਂਟ ਹੈਗਾ ਜਿਹਦੀ ਕੋਰਟ ਦੇ ਵਿੱਚ ਡਿਊਟੀ ਹੈਗੀ ਹੈ, ਉਹ ਕੋਈ ਗਲਤ ਇਦਾਂ ਦੀ ਕਾਰਵਾਈ ਕਰਦਾ ਹੈ ਤਾਂ ਉਹਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਫਾਈਨ ਵੀ ਹੋ ਸਕਦਾ ਹੈ ਤੇ ਦੋਨੋਂ ਵੀ ਹੋ ਸਕਦੇ ਨੇ। ਨੈਕਸਟ ਹੈ ਸੈਕਸ਼ਨ 220 220 commitment for trial or confinement by person having authority who knows that he is acting contrary to law। कोई व्यक्ति कोई कमिटमेंट करता है ਜਾਂ ਕਿਸੇ ਵਿਅਕਤੀ ਨੂੰ ਦੇ ਖਿਲਾਫ ਕੋਈ ਟ੍ਰਾਇਲ ਕਰ ਦਿੰਦਾ ਹੈ, ਜਾਣਬੁੱਝ ਕੇ ਝੂਠਾ ਟ੍ਰਾਇਲ ਚਲਾ ਦਿੰਦਾ ਹੈ ਜਾਂ ਉਹਨੂੰ ਗਲਤ ਅਰੈਸਟ ਕਰ ਲੈਂਦਾ ਹੈ ਕਿਸੇ ਹੋਰ ਦੇ ਕਹਿਣ ਤੇ, ਕਿਸੇ ਵਿਅਕਤੀ ਨੂੰ ਗਲਤ ਤਰੀਕੇ ਨਾਲ ਅਰੈਸਟ ਕਰਦਾ ਹੈ ਜਦੋਂ ਕਿ ਉਹ ਦੋਸ਼ੀ ਨਹੀਂ ਹੈਗਾ ਜਾਂ ਉਹਦੇ ਖਿਲਾਫ ਕੋਈ ਹੈਗਾ ਕੋਈ ਕਾਰਵਾਈ ਹੈ ਪ੍ਰੋਸੀਡਿੰਗ ਸਟਾਰਟ ਕਰਦਾ ਹੈ, ਕਮਿਟਮੈਂਟ ਆਫ ਟ੍ਰਾਇਲ, ਕਮਿਟਮੈਂਟ ਕਰਦਾ ਟ੍ਰਾਇਲ ਦੀ ਵੀ ਮੈਂ ਇਹਦੇ ਖਿਲਾਫ ਕੋਈ ਪਰਚਾ ਪਾ ਦਾਂਗਾ ਮੈਂ, ਠੀਕ ਹੈ, ਔਰ ਕਨਫਾਈਨਮੈਂਟ ਫਾਰ ਬਾਈ ਪਰਸਨ ਹੈਵਿੰਗ ਅਥਾਰਟੀ, ਜਾਂ ਉਹਨੂੰ ਅਰੈਸਟ ਕਰ ਲੈਂਦਾ ਕਿਸੇ ਵਿਅਕਤੀ ਨੂੰ who knows that he is acting contrary to law, ਪਤਾ ਉਸ ਨੂੰ ਮੈਂ ਇਹ ਜੋ ਕਰ ਰਿਹਾ ਮੈਂ ਗਲਤ ਕਰ ਰਿਹਾ, ਜਿਵੇਂ ਕਿ ਆਪਾਂ ਪੁਲਿਸ ਆਫੀਸਰ ਦੀ ਗੱਲ ਕਰ ਲਈ, ਕਿਸੇ ਦੀ ਕੋਈ ਪੁਲਿਸ ਆਫੀਸਰ ਕਿਸੇ ਵਿਅਕਤੀ ਨੂੰ ਗਲਤ ਅਰੈਸਟ ਕਰਕੇ ਉਹਦੇ ਖਿਲਾਫ ਪਰਚਾ ਗਲਤ ਦਰਜ ਕਰ ਦਿੰਦਾ ਹੈਗਾ ਕਰਪਟਲੀ ਮਲੀਸ਼ੀਅਸ ਮੈਲਾਫਾ ਇੰਟੈਂਸ਼ਨ ਦੇ ਨਾਲ ਜਾਣਬੁੱਝ ਕੇ, ਠੀਕ ਹੈ, ਤਾਂ ਐਸਾ ਜਿਹੜਾ ਵਿਅਕਤੀ ਹੈਗਾ shall be punished with imprisonment of either description for a term which may extend to 7 years। ਤਾਂ ਜਿਹੜਾ ਵਿਅਕਤੀ ਐਸਾ ਹੈ ਕਿਸੇ ਨੂੰ ਗਲਤ ਤਰੀਕੇ ਨਾਲ ਅਰੈਸਟ ਕਰਦਾ ਹੈ, ਕਿਸੇ ਗਲਤ ਉਹਦੇ ਖਿਲਾਫ ਕੋਈ ਟ੍ਰਾਇਲ ਚਲਾਉਂਦਾ ਹੈਗਾ ਤਾਂ ਉਸਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਜੁਰਮਾਨਾ ਵੀ ਹੋ ਸਕਦਾ ਤੇ ਦੋਨੋਂ ਵੀ ਹੋ ਸਕਦੇ ਨੇ। ਜਦੋਂ ਕਿ ਜਿਹੜਾ ਵਿਅਕਤੀ ਹੈ ਅਫੈਂਡਰ ਨਹੀਂ ਹੈਗਾ ਸੀਗਾ ਪਰ ਫਿਰ ਵੀ ਉਹਨੂੰ ਅਫੈਂਡਰ ਬਣਾ ਦਿੱਤਾ ਜਾਂਦਾ ਹੈ, ਅਰੈਸਟ ਕਰਕੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ, ਠੀਕ ਹੈ ਜੀ। ਦੋਸ਼ੀ ਨੂੰ ਜਿਹੜਾ ਹੈਗਾ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਨੈਕਸਟ ਹੈਗਾ 221 intentional omission to apprehend on the part of the public servant bound to apprehend। ਕੋਈ ਵਿਅਕਤੀ ਸੀਗਾ ਬਾਉਂਡ ਸੀਗਾ, ਪਬਲਿਕ ਸਰਵੈਂਟ ਸੀਗਾ, ਬਾਉਂਡ ਸੀਗਾ ਕਿਸੇ ਨੂੰ ਪਕੜ ਕੇ ਰੱਖਣ ਦੇ ਲਈ, ਇੰਟੈਂਸ਼ਨਲ ਓਮਿਸ਼ਨ ਜਾਣਬੁੱਝ ਕੇ ਕੋਈ ਐਸਾ ਐਕਟ ਨਹੀਂ ਕਰਦਾ ਜਿਹੜਾ ਐਕਟ ਕਰਨਾ ਬਣਦਾ ਸੀ ਉਸ ਨੂੰ। ਮੰਨ ਲਓ ਕੋਈ ਲੋਕ ਲਗਾਉਣਾ ਬਣਦਾ ਸੀਗਾ ਤਾਂ ਕਿ ਕਿਹੜਾ ਕੋਈ ਵਿਅਕਤੀ ਹੈ ਉਹ ਭੱਜ ਨਾ ਜਾਵੇ, ਠੀਕ ਹੈ, ਪਰ ਜਾਣਬੁੱਝ ਕੇ ਲੋਕ ਨਹੀਂ ਲਗਾਉਂਦਾ, ਕੁੰਡੀ ਨਹੀਂ ਲਗਾਉਂਦਾ ਹੈਗਾ ਤਾਂ ਕਿ ਬੰਦਾ ਦੌੜ ਜਾਵੇ। ਇੰਟੈਂਸ਼ਨਲ ਓਮਿਸ਼ਨ ਕਰਦਾ ਨਹੀਂ ਕੰਮ ਜਿਹੜਾ ਉਹਨੂੰ ਕਰਨਾ ਚਾਹੀਦਾ ਸੀਗਾ। ਓਮਿਸ਼ਨ ਦਾ ਮਤਲਬ ਇਹ ਹੈਗਾ ਇੱਥੇ ਜਿਹੜਾ ਕੰਮ ਉਹਨੂੰ ਕਰਨਾ ਚਾਹੀਦਾ ਸੀਗਾ ਉਹ ਨਹੀਂ ਕਰਦਾ ਹੈਗਾ। ਵਿਦ ਦਾ ਅਟੈਂਸ਼ਨ mission to apprehend on the part of the public servant bound to apprehend। ਇਹਦੀ ਜ਼ਿੰਮੇਵਾਰੀ ਬਣਦੀ ਸੀਗੀ ਵੀ ਕਿਸੇ ਨੂੰ ਪਕੜ ਕੇ ਰੱਖਣ ਦੀ, ਅਰੈਸਟ ਕਰਕੇ ਰੱਖਣ ਦੀ, ਰਹਿਣ ਦੀ, ਨਾ ਜਾਣ ਦੇਣ ਦੀ, ਪਰ ਫਿਰ ਵੀ ਉਹ ਤਾਂ ਕਿ ਨਿਕਲ ਜਾਵੇ ਇਸ ਅਟੈਂਸ਼ਨ ਦੇ ਨਾਲ ਕੋਈ ਕਾਰਵਾਈ ਨਹੀਂ ਕਰਦਾ, ਠੀਕ ਹੈ। ਐਸਾ ਵਿਅਕਤੀ ਜਿਹੜਾ ਕੋਈ ਕਾਰਵਾਈ ਨਹੀਂ ਕਰਦਾ ਜਾਣਬੁੱਝ ਕੇ ਜਿਹੜੀ ਕਰਨੀ ਬਣਦੀ ਸੀ ਉਹਨੂੰ ਤਾਂ ਕਿ ਦੂਜਾ ਬੰਦਾ ਐਸਕੇਪ ਹੋ ਜਾਵੇ, ਦੌੜ ਜਾਵੇ ਉਹਦੀ ਕਨਫਾਈਨਮੈਂਟ ਤੋਂ, ਠੀਕ ਹੈ। ਸ਼ੈਲ ਬੀ ਪੁਨਿਸ਼ਡ ਐਜ਼ ਫੋਲੋਜ਼, ਦੈਟ ਇਜ਼ ਟੂ ਸੇ ਤਾਂ ਉਹਨੂੰ ਕਿੰਨੀ ਸਜ਼ਾ ਹੋ ਸਕਦੀ ਹੈ। ਫਸਟ ਪੈਰੇ ਦੇ ਵਿੱਚ ਕਿਹਾ ਗਿਆ 7 years, ਜੇਕਰ ਜਿਹੜਾ ਦੋਸ਼ੀ ਸੀਗਾ ਉਹਨੂੰ ਮੌਤ ਦੀ ਸਜ਼ਾ ਹੋ ਸਕਦੀ ਸੀਗੀ ਤਾਂ ਜਿਹੜਾ ਇੱਦਾਂ ਦਾ ਜਿਹੜਾ ਵਿਅਕਤੀ ਹੈ ਜਿਹੜਾ ਜਿਹਨੇ ਜਾਣਬੁੱਝ ਕੇ ਉਹਨੂੰ ਦੌੜਨ ਦਿੱਤਾ ਹੈ ਤਾਂ ਉਹਨੂੰ 7 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਜੇਕਰ ਦੋਸ਼ੀ ਸੀ ਜਿਹੜਾ ਭੱਜ ਗਿਆ ਉਹਨੂੰ ਉਮਰ ਕੈਦ ਹੋ ਸਕਦੀ ਸੀ ਜਾਂ 10 ਸਾਲ ਤੱਕ ਦੀ ਸਜ਼ਾ ਹੋ ਸਕਦੀ ਸੀਗੀ, ਤਾਂ ਜਿਸ ਬੰਦੇ ਨੇ ਭੱਜਣ ਦਿੱਤਾ ਉਸਨੂੰ ਤਾਂ ਉਹਨੂੰ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸੇ ਤਰੀਕੇ ਜੇਕਰ ਜਿਹੜਾ ਵਿਅਕਤੀ ਸੀਗਾ ਦਸ ਸਾਲ ਤੱਕ ਸਜ਼ਾ ਘੱਟ ਹੋਣੀ ਸੀ ਉਹਨੂੰ, ਜਿਹੜਾ ਦੋਸ਼ੀ ਦੌੜ ਗਿਆ
ਉਹਨੂੰ 10 ਸਾਲ ਤੋਂ ਘੱਟ ਸਜ਼ਾ ਹੋਣੀ ਸੀਗੀ, ਤਾਂ ਜਿਸ ਨੇ ਦੜਾਤਾ ਉਸ ਨੂੰ 2 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਨੈਕਸਟ ਹੈਗਾ ਸੈਕਸ਼ਨ 222 ਇੰਟੈਂਸ਼ਨਲ ਓਮਿਸ਼ਨ ਟੂ ਐਪਰੀਹੈਂਡ ਔਨ ਦ ਪਾਰਟ ਆਫ ਦ ਪਬਲਿਕ ਸਰਵੈਂਟ। ਦੇਖੋ ਪਹਿਲੀ ਲਾਈਨ ਸੇਮ ਹੀ ਹੈ, ਇੰਟੈਂਸ਼ਨਲ ਓਮਿਸ਼ਨ ਟੂ ਐਪਰੀਹੈਂਡ, ਪਕੜ ਕੇ ਰੱਖਣ ਦੀ ਜ਼ਿੰਮੇਵਾਰੀ ਬਣਦੀ ਸੀ, ਜਾਣਬੁੱਝ ਕੇ ਜਾਣ ਦਿੱਤਾ ਔਨ ਦ ਪਾਰਟ ਆਫ ਦ ਪਬਲਿਕ ਸਰਵੈਂਟ, ਕਿਸੇ ਪਬਲਿਕ ਸਰਵੈਂਟ ਦੀ ਜ਼ਿੰਮੇਵਾਰੀ ਬਣਦੀ ਸੀਗੀ, ਬਾਉਂਡ ਟੂ ਐਪਰੀਹੈਂਡ ਪਰਸਨ ਅੰਡਰ ਸੈਂਟੈਂਸ ਔਰ ਲਾਫਲੀ ਕਮਿਟਡ। ਦੇਖੋ ਇੱਥੇ ਅੱਗੇ ਫਰਕ ਥੋੜਾ ਜਿਹਾ ਪੈ ਗਿਆ, ਅੰਡਰ ਸੈਂਟੈਂਸ ਆ ਗਿਆ ਇੱਥੇ, ਜਿਹੜਾ ਉੱਪਰ ਸੀਗਾ ਉਹਨੂੰ ਸੈਂਟੈਂਸ ਜੇ ਨਹੀਂ ਸੀ ਹੋਈ ਵਿਅਕਤੀ ਨੂੰ, ਠੀਕ ਹੈ। 221 ਦੇ ਵਿੱਚ ਅਜੇ ਬੰਦਾ ਕੈਦੀ ਨਹੀਂ ਸੀਗਾ, ਅਜੇ ਤਾਂ ਉਹਦੇ ਚਾਰਜ ਲੱਗਿਆ ਹੋਏਗਾ, ਮੇ ਵੀ ਚਾਰਜ ਲੱਗਿਆ ਹੋਵੇ, ਚਾਰਜ ਦਾ ਜਦੋਂ ਜਾ ਕੇ ਫੈਸਲਾ ਹੋਣਾ ਸੀ, ਫੈਸਲਾ ਹੋਣ ਤੋਂ ਬਾਅਦ ਉਸ ਨੂੰ ਸਜ਼ਾ ਡਿਕਲੇਅਰ ਹੋਣੀ ਸੀ, ਫਿਰ ਉਹ ਜਿਹੜਾ ਹੈਗਾ ਸੀਗਾ ਮਤਲਬ ਕਿ ਕੈਦੀ ਬੰਦਾ। ਫਿਲਹਾਲ ਤਾਂ ਉਹਦੇ ਤੇ ਇਕੱਲੇ ਚਾਰਜ ਲੱਗੇ ਸੀਗੇ। ਇੱਥੇ 222 ਦੇ ਵਿੱਚ ਹੈਗਾ ਥੋੜਾ ਡਿਫਰੈਂਸ ਹੈਗਾ, ਇੱਥੇ ਜਿਹੜਾ ਸੈਂਟੈਂਸ ਹੈ ਅੰਡਰ ਸੈਂਟੈਂਸ, ਉਹਨੂੰ ਪਹਿਲਾਂ ਹੀ ਸਜ਼ਾ ਹੋਈ ਵੀ ਸੀ ਵਿਅਕਤੀ ਨੂੰ, ਜਿਹਨੂੰ ਭੱਜਣ ਦੇ ਦਿੱਤਾ, ਜਿਹਨੂੰ ਭੱਜ ਕੇ ਫੜ ਕੇ ਰੱਖਣ ਦੀ ਜ਼ਿੰਮੇਵਾਰੀ ਬਣਦੀ ਸੀ, ਪਰ ਉਸਨੂੰ ਜਿਹੜੀ ਹੈਗੀ ਹੈ ਲੀਗਲ ਇੰਟੈਂਸ਼ਨਲ ਓਮਿਸ਼ਨ ਕੀਤੀ ਹੈ, ਜਾਣਬੁੱਝ ਕੇ, ਯਾਨੀ ਕਿ ਉਹਨੂੰ ਜਾਣ ਦਿੱਤਾ ਹੈਗਾ ਕੈਦੀ ਨੂੰ, ਕਿਸੇ ਨੂੰ, ਜਿਹੜਾ ਔਰ ਲਾਫੁਲੀ ਕਮਿਟਡ, ਜਿਹਨੂੰ ਲਾਫੁਲੀ ਕਮਿਟਮੈਂਟ ਪਹਿਲੀ ਸਜ਼ਾ ਹੋ ਚੁੱਕੀ ਹੈਗੀ ਹੈ, ਠੀਕ ਹੈ। ਇਹਦੇ ਵਿੱਚ ਕੀ ਫਰਕ ਹੈ ਥੋੜਾ ਜਿਹਾ, ਇਹਦੇ ਵਿੱਚ ਕੀ ਹੈ, ਜੇਕਰ ਜਿਹੜਾ ਦੋਸ਼ੀ ਸੀਗਾ ਜਿਹਨੂੰ ਪਕੜ ਕੇ ਰੱਖਣ ਦੀ ਜ਼ਿੰਮੇਵਾਰੀ ਬਣਦੀ ਸੀਗੀ, ਤਾਂ ਇਹਦੇ ਵਿੱਚ ਨਿਸ਼ਚਿਤ ਤਰੀਕੇ ਨਾਲ ਸਜ਼ਾ ਹੋਏਗੀ ਇੰਪ੍ਰਿਜ਼ਨਮੈਂਟ ਫਾਰ ਲਾਈਫ। ਜੇਕਰ ਕਿਸੇ ਪਬਲਿਕ ਸਰਵੈਂਟ ਨੇ ਕਿਸੇ ਐਸੇ ਦੋਸ਼ੀ ਨੂੰ ਭੱਜਣ ਦੇ ਦਿੱਤਾ, ਜਿਹੜਾ ਦੋਸ਼ੀ ਨੂੰ ਜਿਹਦੀ ਸਜ਼ਾ ਮੌਤ ਦੀ ਹੋਈ ਵੀ, ਆਲਰੇਡੀ ਮੌਤ ਦੀ ਸਜ਼ਾ ਹੋਈ ਵੀ ਹੈ, ਅੰਡਰ ਸੈਂਟੈਂਸ ਆਫ ਡੈਥ, ਉਹ ਸੈਂਟੈਂਸ ਦੇ ਵਿੱਚ ਭੁਗਤ ਰਿਹਾ ਹੈ, ਮੌਤ ਦੀ ਸਜ਼ਾ ਭੁਗਤ ਰਿਹਾ ਹੈਗਾ। ਮੌਤ ਦੀ ਸਜ਼ਾ ਮਤਲਬ ਮੌਤ ਦੀ ਸਜ਼ਾ ਉਸ ਨੂੰ ਹੋ ਚੁੱਕੀ ਹੈ, ਠੀਕ ਹੈ। ਐਸੇ ਦੋਸ਼ੀ ਨੂੰ ਕਿਤੇ ਰਸਤੇ ਦੇ ਵਿੱਚ ਲੈ ਕੇ ਜਾਂਦੇ ਹੋਏ, ਕਰਦੇ ਹੋਏ, ਠੀਕ ਹੈ, ਜਾਣਬੁੱਝ ਕੇ ਭੱਜਣ ਦੇ ਦਿੱਤਾ ਕਿਸੇ ਵਿਅਕਤੀ ਨੇ, ਜਿਹਨੇ ਇਹ ਦੋਸ਼ ਕੀਤਾ ਹੈ, ਤਾਂ ਉਹਨੂੰ ਉਮਰ ਕੈਦ ਹੋ ਸਕਦੀ ਹੈ, ਐਸੇ ਵਿਅਕਤੀ ਨੂੰ, ਜਾਂ 14 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਜਿਹਨੇ ਮੌਤ ਦੀ ਸਜ਼ਾ ਤੇ ਕਿਸੇ ਦੋਸ਼ੀ ਨੂੰ ਭੱਜਣ ਦੇ ਦਿੱਤਾ। ਜਾਂ ਫਿਰ ਸੈਕੰਡ ਪੈਰੇ 'ਚ ਕੀ ਕਿਹਾ ਗਿਆ, ਜੇਕਰ ਜਿਹੜਾ ਦੋਸ਼ੀ ਸੀਗਾ ਉਹਨੂੰ ਉਮਰ ਕੈਦ ਹੋ ਸਕਦੀ, ਉਮਰ ਕੈਦ ਦੀ ਸਜ਼ਾ ਸੀਗੀ ਹੋਈ ਵੀ, ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਸੀਗਾ, ਸੈਂਟੈਂਸ ਭੁਗਤ ਰਿਹਾ ਸੀਗਾ, ਉਮਰ ਕੈਦ ਜਾਂ 10 ਸਾਲ ਜਾਂ 10 ਸਾਲ ਤੋਂ ਉੱਪਰ ਦੀ ਸਜ਼ਾ ਭੁਗਤ ਰਿਹਾ ਸੀਗਾ, ਐਸੇ ਦੋਸ਼ੀ ਨੂੰ ਭੱਜਣ ਦੇ ਦਿੱਤਾ ਕਿਸੇ ਨੇ, ਕਿਸੇ ਪਬਲਿਕ ਸਰਵੈਂਟ ਨੇ, ਤਾਂ ਉਸ ਪਬਲਿਕ ਸਰਵੈਂਟ ਨੂੰ ਜਿਹੜੀ ਸਜ਼ਾ ਹੈ 7 ਸਾਲ ਤੱਕ ਦੀ ਹੋ ਸਕਦੀ ਹੈ। ਫਿਰ ਇਸੇ ਤਰੀਕੇ ਜੇਕਰ ਜਿਹੜਾ ਦੋਸ਼ੀ ਸੀ, ਜਿਹੜਾ ਸਜ਼ਾ ਭੁਗਤ ਰਿਹਾ ਸੀਗਾ, ਉਹ 10 ਸਾਲ ਤੋਂ ਥੱਲੇ, ਨਾਟ ਐਕਸੀਡਿੰਗ 10 ਈਅਰ, 10 ਸਾਲ ਤੋਂ ਥੱਲੇ ਜਿਹੜੀ ਸਜ਼ਾ ਉਹਨੂੰ ਹੋਈ ਵੀ ਸੀਗੀ, ਤਾਂ ਐਸੇ ਵਿਅਕਤੀ ਨੂੰ ਜਿਸਨੇ ਭੱਜਣ ਦਿੱਤਾ ਉਸ ਨੂੰ, ਤਾਂ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਪਬਲਿਕ ਸਰਵੈਂਟ ਨੂੰ। ਪਬਲਿਕ ਸਰਵੈਂਟ ਮੇ ਵੀ ਪੁਲਿਸ ਦੀ ਜਿਹੜਾ ਡਿਊਟੀ ਹੋਵੇ ਕਿਸੇ ਦੀ, ਠੀਕ ਹੈ, ਕਿਸੇ ਦੀ, ਜਿਵੇਂ ਕਿਸੇ ਵਿਅਕਤੀ ਨੂੰ ਜਦੋਂ ਕੋਰਟ ਦੇ ਵਿੱਚ ਕੋਈ ਜਿਹੜਾ ਸਜ਼ਾ ਭੁਗਤ ਰਿਹਾ ਹੁੰਦਾ ਹੈ, ਉਹਨੂੰ ਲੈ ਕੇ ਆਉਂਦੇ ਆ ਕੋਰਟ 'ਚ ਪੇਸ਼ ਕਰਨ ਦੀ ਖਾਤਰ ਜੱਜ ਦੇ, ਠੀਕ ਹੈ, ਉਸ ਵੇਲੇ ਉਹਨੂੰ ਲੈ ਕੇ ਆਉਣਾ ਰਸਤੇ ਦੇ ਵਿੱਚ, ਜਾਂ ਕਿਤੇ ਲਿਆ ਕੇ ਜਿੱਥੇ ਥੱਲੇ ਮਾਲਖਾਨਾ ਹੁੰਦਾ ਉੱਥੇ ਉਹਨੂੰ ਕੁਝ ਦੇਰ ਲਈ ਰੱਖਿਆ ਜਾਂਦਾ ਹੈਗਾ। ਜੇ ਇਹੀ ਜਗ੍ਹਾ ਤੋਂ ਕੋਈ ਬੰਦਾ ਭੱਜਣ ਦਿੰਦਾ ਹੈਗਾ ਉਸ ਨੂੰ, ਤਾਂ ਉਹ ਉੱਪਰ ਸੈਕਸ਼ਨ ਜਿਹੜਾ ਹੈਗਾ 222 ਦੇ ਤਹਿਤ ਉਹਨੂੰ ਸਜ਼ਾ ਹੋ ਸਕਦੀ ਹੈ। ਸੈਕਸ਼ਨ 223 ਕੀ ਹੈ, ਐਸਕੇਪ ਫਰੋਮ ਕਨਫਾਈਨਮੈਂਟ ਔਰ ਕਸਟਡੀ ਨੈਗਲੀਜੈਂਟ। ਦੇਖੋ ਉੱਪਰ ਤਾਂ ਹੈਗਾ ਸੀ 222 ਦੇ ਵਿੱਚ ਜਾਣਬੁੱਝ ਕੇ, ਇੰਟੈਂਸ਼ਨਲੀ, ਠੀਕ ਹੈ। ਥੱਲੇ 223 ਸੈਕਸ਼ਨ ਹੈਗਾ ਨੈਗਲੀਜੈਂਟਲੀ ਸੀ, ਉਹਨੇ ਜੋ ਕਾਰਵਾਈ ਉਹਨੇ ਕਰਨੀ ਬਣਦੀ ਸੀ, ਉਹ ਅਚਾਨਕ ਨਹੀਂ ਕੀਤੀ, ਪਰ ਉਹਦੀ ਕੋਈ ਮੈਲਾਪੈਂਡ ਮੰਦ ਭਾਵਨਾ ਨਹੀਂ ਸੀਗੀ ਵੀ ਦੋਸ਼ੀ ਭੱਜ ਜਾਵੇ, ਠੀਕ ਹੈ। ਨੈਗਲੀਜੈਂਟਲੀ ਉਹਨੇ ਕੋਈ ਅਣਗਹਿਲੀ ਕੀਤੀ ਹੈ, ਜਿਹੜਾ ਬੰਦਾ ਅਣਗਹਿਲੀ ਕਰਦਾ ਹੈ ਤਾਂ ਉਹਨੂੰ ਜਿਹੜੀ ਸਜ਼ਾ ਹੈਗੀ ਹੈ ਘੱਟ ਜਾਂਦੀ ਹੈ, ਕਿਉਂਕਿ ਉਹਦੀ ਕੋਈ ਮੰਦ ਭਾਵਨਾ ਨਹੀਂ ਸੀ, ਉਹਦੀ ਕੋਈ ਮੈਲਾਪੈਂਡ ਟੈਂਸ਼ਨ ਨਹੀਂ ਸੀ, ਜਿਹੜਾ ਕਹਿਦੀ ਹੈ ਉਹ ਦੌੜ ਜਾਵੇ। ਇਸ ਕਰਕੇ ਜਿਹੜੀ ਨੈਗਲੀਜੈਂਟ ਦੇ ਕੇਸ ਦੇ ਵਿੱਚ ਜਿਹੜਾ ਬੰਦਾ ਨੈਗਲੀਜੈਂਟ ਕਰਦਾ ਹੈਗਾ, ਲਾਪਰਵਾਹੀ ਕਰਦਾ ਹੈ, ਜਿਹੜਾ ਤਾਂ ਉਸ ਨੂੰ ਜਿਹੜਾ ਪਬਲਿਕ ਸਰਵੈਂਟ ਹੈ ਉਹ ਲਾਪਰਵਾਹੀ ਕਰਦਾ, 2 ਸਾਲ ਤੱਕ ਦੀ ਉਹਨੂੰ ਇਹ ਸਜ਼ਾ ਹੋ ਸਕਦੀ ਹੈ। ਬਾਕੀ ਗੱਲ ਨੂੰ ਸਰ ਨੈਕਸਟ ਵੀਕ।
क्या करा क्या सीगा पैसा कंसेक्शन ठीक है जी हमारा टाइम हो गया हाँ जी एनी क्वेश्चन ਅੱਜ ਦੀ ਕਲਾਸ ਆਪਾਂ ਇੱਥੇ ਖਤਮ ਕਰਾਂਗੇ ਕਿਸੇ ਦਾ ਕੋਈ ਕੁਐਸਚਨ ਹੈ ਕਿਸੇ ਕੋਈ ਪ੍ਰੋਬਲਮ ਹੈ ਦੱਸ ਸਕਦਾ ਜੀ ਕੱਲ ਮੈਂ ਆਊਟ ਆਫ ਸਟੇਸ਼ਨ ਸੀਗਾ ਇਸ ਕਰਕੇ ਮੈਂ ਕੱਲ ਕਲਾਸ ਅਟੈਂਡ ਨਹੀਂ ਕਰ ਪਾਇਆ ठीक है जी ओके देन क्लास इज ओवर थैंक यू वेरी मच